ਸਰਕਾਰ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਫਲਾਣ ਜ਼ਿਲ੍ਹਿਆਂ ਦੇ ਫਲਾਣ ਬਲਾਕ ਵਿੱਚ ਨਵਾਂ ਬੋਰ ਕਰਨ ਦੀ ਪਾਬੰਦੀ ਹੈ ਤੇ ਬੋਰ ਕਰਨ ਤੋਂ ਪਹਿਲਾਂ ਪਰਮਿਸ਼ਨ ਲੈਣੀ, ਪ੍ਰਵਾਨਗੀ ਜਿਹੜੀ ਲੈਣੀ ਆ ਉਹ ਜ਼ਰੂਰੀ ਹੈ। ਪਰ ਇਸ ਕਾਨੂੰਨ ਨੂੰ ਮੰਨਦਾ ਕੋਈ ਨਹੀਂ। ਕੋਈ ਨਾ ਕੋਈ ਘਟਨਾ ਜਾਂ ਦੁਰਘਟਨਾ ਵਾਪਰਦੀ ਹੈ ਜੀ, ਫਿਰ ਕਿਸੇ 1, 2 ਜਾਂ 3 ਜਾਂ 4 ਧਿਰਾਂ ਨੂੰ ਤਾਂ ਰਿਸਪੌਂਸੀਬਲ ਬਣਾਇਆ ਜਾਣਾ ਚਾਹੀਦਾ ਕਿ ਇਹ ਮੰਦਭਾਗੀ ਘਟਨਾ ਵਾਪਰੀ ਹੈ ਤੇ ਇਹਦੇ ਲਈ ਕੌਣ ਜ਼ਿੰਮੇਵਾਰ ਹੈ। ਫਤਿਹਵੀਰ ਤੋਂ ਬਾਅਦ ਰਿਤਿਕ ਰੋਸ਼ਨ ਦੀ ਵਾਰੀ ਆ ਗਈ ਹੈ ਤੇ ਯਕੀਨ ਕਰ ਲੈਣਾ ਇਹ ਆਖਰੀ ਨਹੀਂ ਹੈ। ਜੇ ਅਸੀਂ ਇਸੇ ਤਰ੍ਹਾਂ ਚੱਲਦੇ ਰਹੇ ਹੋਰ ਵੀ ਘਟਨਾਵਾਂ ਹੋਣ। 2014 ਦੇ ਵਿੱਚ ਮੋਦੀ ਸਰਕਾਰ ਬਣਦੀ ਪਹਿਲੀ ਵਾਰ, ਪਰ ਇੱਕ ਅਜੀਬ ਕੈਫੀਅਤ ਜਿਹੜੀ ਹੈ ਬੀਜੇਪੀ, ਭਾਜਪਾ ਤੇ ਸਰਕਾਰ ਦੇ ਵਿੱਚ ਆ ਗਈ ਕਿ ਅਸੀਂ ਕਿਸੇ ਦਾ ਕ੍ਰਿਟਿਸਿਜ਼ਮ ਜਿਹੜਾ ਆਲੋਚਨਾ ਹੈ ਉਸ ਨੂੰ ਬਰਦਾਸ਼ਤ ਨਹੀਂ ਕਰਨਾ। ਹੁਣ ਹਰ ਸਿੱਖ ਹਥਿਆਰ ਰੱਖੇ, ਇਸ ਨਾਲ ਹੱਲ ਕੀ ਹੋਵੇਗਾ ਸਾਡਾ? ਜਿਵੇਂ ਮੈਂ ਪਹਿਲਾਂ ਦੱਸ ਦਿੱਤਾ ਕਿ ਜਿਹੜੇ ਮਾਡਰਨ ਹਥਿਆਰ ਨੇ, ਜੇ ਵਾਕਿਆ ਮਾਡਰਨ ਜਿਹਨਾਂ ਦੀ ਅਸੀਂ ਗੱਲ ਕਰਨੀ ਤੇ ਉਹ ਤਾਂ ਫਿਰ ਲਾਇਸੈਂਸ ਧਾਰਕ ਰੱਖ ਨਹੀਂ ਸਕਦਾ, ਅਲਾਉਡ ਹੀ ਨਹੀਂ ਉਹ। ਤੇ ਫਿਰ ਜਥੇਦਾਰ ਸਾਹਿਬ ਕਿਹੜੇ ਹਥਿਆਰਾਂ ਦੀ ਗੱਲ ਕਰ ਰਹੇ ਨੇ ਤੇ ਕਿਹਨੂੰ ਲੈ ਕੇ ਦੇਣੇ? ਜੇ ਜਥੇਦਾਰ ਸਾਹਿਬ ਨੇ ਇਹ ਗੱਲ ਵੀ ਕਿਤੇ ਕਹੀ ਸੀ ਕਿ ਅਕਾਲੀ ਦਲ ਦਾ ਇਸ ਤਰ੍ਹਾਂ ਬੁਰੀ ਤਰ੍ਹਾਂ ਹਾਰਨਾ ਜਿਹੜਾ ਹੈ ਉਹ ਬਹੁਤ ਮਾੜੀ ਗੱਲ ਹੈ ਪੰਜਾਬ ਲਈ ਤੇ ਸਿੱਖਾਂ ਲਈ, ਤਾਂ ਫਿਰ ਮੇਰਾ ਖਿਆਲ ਹੈ ਕਿ ਉਹ ਉਹਨਾਂ ਨੂੰ ਸੁਖਬੀਰ ਸਿੰਘ ਬਾਦਲ ਨੂੰ ਪੁੱਛ ਲੈਣਾ ਚਾਹੀਦਾ ਹੈ। ਤਕਰੀਬਨ 20 ਸਾਲਾਂ ਦੇ ਵਿੱਚੋਂ 15 ਸਾਲ ਰਾਜ ਕੀਤਾ ਹੈ, ਉਹਨੇ ਸਮੇਂ ਦੇ ਵਿੱਚ ਤੁਸੀਂ ਕਿੰਨੇ ਸਿੱਖਾਂ ਨੂੰ ਜਿਹੜੇ ਸੀ ਲਾਇਸੈਂਸ ਦਿੱਤੇ ਹਥਿਆਰਾਂ ਦੇ? ਨਵਜੋਤ ਸਿੰਘ ਸਿੱਧੂ ਅਜੇ ਸੈਟਲ ਹੋ ਰਹੇ ਨੇ, ਉਹਨਾਂ ਨੂੰ ਜਿਵੇਂ ਪਹਿਲਾਂ ਦੱਸਿਆ ਸੀ ਕਿ ਸਾਲ ਸ਼ਾਇਦ ਨਾ ਉਹਨਾਂ ਨੂੰ ਅੰਦਰ ਰਹਿਣਾ ਪਵੇ, ਪਰ ਉਹਨਾਂ ਨੇ ਰਿਵਿਊ ਪਟੀਸ਼ਨ ਸ਼ਾਇਦ ਪਾਉਣ ਜਾਂ ਨਾ ਪਾਉਣ, ਪਰ ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਹੁਣ ਮਨ ਬਣਾ ਲਿਆ ਕਿ ਮੈਂ ਇਹ ਭੁਗਤ ਲੈਣਾ ਹੈ ਇਸ ਸਜ਼ਾ ਨੂੰ। ਤਰਲੋ ਮੱਛੀ ਹੋ ਰਹੇ ਨੇ ਬਿਕਰਮ ਸਿੰਘ ਮਜੀਠੀਆ ਕਿ ਕਿਸੇ ਨਾ ਕਿਸੇ ਤਰੀਕੇ ਅੰਦਰੋਂ ਜਾਨ ਛੁੱਟ ਜਾਵੇ। ਪਰ ਹੁਣ ਇਸ ਵੇਲੇ ਜੋ ਹਾਈ ਕੋਰਟ ਦੇ ਵਿੱਚ ਅਰਜ਼ੀ ਲਾਈ ਹੋਈ ਸੀ ਉਸ ਨੂੰ ਫਿਰ ਅਦਾਲਤ ਨੇ ਕਹਿ ਦਿੱਤਾ ਕਿ ਤੁਸੀਂ 30 ਮਈ ਤੱਕ ਇੰਤਜ਼ਾਰ ਕਰੋ। 30 ਮਈ ਤੋਂ ਬਾਅਦ ਗੱਲ ਕਰਾਂਗੇ ਇਸ ਮੁੱਦੇ ਤੇ। ਜ਼ਮਾਨਤ ਦੀ ਅਜੇ ਕੋਈ ਗਰੰਟੀ ਨਹੀਂ ਹੈ। ਜਦੋਂ CBI ਤੇ ਹੋਰ ਜਾਂਚ ਏਜੰਸੀਆਂ ਪਰਲ ਦੇ ਗਰੁੱਪ ਦੇ ਐਸੈਟਸ ਨੂੰ ਸੀਜ਼ ਕਰਕੇ ਉਹਦੀ ਜਾਂਚ ਕਰ ਰਹੀਆਂ ਸੀ, ਇਹਨਾਂ ਨੇ ਫਿਰ ਵੀ ਉਹ ਐਸੈਟਸ ਜਿਹੜੇ ਸੀ ਵੇਚ ਦਿੱਤੇ। ਦੱਸਿਆ ਜਾਂਦਾ ਹੈ ਕਿ ਇੱਕ ਸਕੂਲ ਵੀ 33 ਕਰੋੜ ਦਾ ਵਿੱਚ ਆ। 500 ਜਿਹੜੇ ਸੇਵਾ ਕੇਂਦਰ ਛੱਡੇ, ਉਹਨਾਂ ਵਿੱਚੋਂ ਥੋੜਿਆਂ ਦਾ ਠੇਕਾ ਜਿਹੜਾ ਸੀ ਇੱਕ ਹੋਰ ਨਵੀਂ ਕੰਪਨੀ ਨੂੰ ਦੇ ਦਿੱਤਾ ਗਿਆ, ਡਿਜੀਟਲ ਸੋਲਿਊਸ਼ਨਸ। ਡਿਜੀਟਲ ਸੋਲਿਊਸ਼ਨ ਵਾਲਿਆਂ ਦੇ ਲਿੰਕ ਹੁਣ ਪਰਲਜ਼ ਗਰੁੱਪ ਨਾਲ ਨਿਕਲ ਆਏ ਨੇ, ਜਿਨ੍ਹਾਂ ਤੇ 48,000 ਕਰੋੜ ਦੇ ਘਪਲੇ ਦਾ ਇਲਜ਼ਾਮ ਹੈ। ਸਤਿ ਸ਼੍ਰੀ ਅਕਾਲ। ਪੰਜਾਬੀ ਨੈਸ਼ਨਲ TV ਤੇ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਅੱਜ ਦੇ ਪ੍ਰੋਗਰਾਮ 'ਚ ਗੱਲ ਸਮਾਜਿਕ ਤੇ ਰਾਜਨੀਤਿਕ ਮੁੱਦਿਆਂ ਦੀ ਕਰਾਂਗੇ ਤੇ ਸਟੂਡੀਓ 'ਚ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਕੁਲਦੀਪ ਸਿੰਘ ਹੀਰ ਜੀ। ਸਤਿ ਸ਼੍ਰੀ ਅਕਾਲ ਕੁਲਦੀਪ ਜੀ, ਸਵਾਗਤ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ। ਗੱਲ ਪਹਿਲਾਂ ਸਮਾਜਿਕ ਮੁੱਦੇ ਦੀ ਕਰਦੇ ਹਾਂ। ਐਤਵਾਰ ਨੂੰ ਹੁਸ਼ਿਆਰਪੁਰ ਦੇ ਇੱਕ ਪਿੰਡ ਦੇ ਵਿੱਚ ਬੋਰਵੈਲ 'ਚ 6 ਸਾਲ ਦਾ ਬੱਚਾ ਡਿੱਗ ਜਾਂਦਾ ਹੈ। ਬਚਾਅ ਕਾਰਜਾਂ ਤੋਂ ਬਾਅਦ ਵੀ ਉਹਨੂੰ ਬਚਾਇਆ ਨਹੀਂ ਜਾਂਦਾ। ਸਵਾਲ ਮੇਰਾ ਤੁਹਾਨੂੰ ਇਹ ਹੈ ਕਿ ਹੁਣ ਇਹਦੀ ਜ਼ਿੰਮੇਵਾਰੀ ਕੌਣ ਲਊਗਾ? ਗੱਲ ਇਹ ਹੈ ਕਿ ਜ਼ਿੰਮੇਵਾਰੀ ਕਿਸੇ ਨੂੰ ਤਾਂ ਲੈਣੀ ਪਏਗੀ। ਜਦੋਂ ਕੋਈ ਨਾ ਕੋਈ ਘਟਨਾ ਜਾਂ ਦੁਰਘਟਨਾ ਵਾਪਰਦੀ ਹੈ ਜੀ, ਫਿਰ ਕਿਸੇ 1, 2 ਜਾਂ 3 ਜਾਂ 4 ਧਿਰਾਂ ਨੂੰ ਤਾਂ ਰਿਸਪੌਂਸੀਬਲ ਬਣਾਇਆ ਜਾਣਾ ਚਾਹੀਦਾ ਕਿ ਇਹ ਮੰਦਭਾਗੀ ਘਟਨਾ ਵਾਪਰੀ ਹੈ ਤੇ ਇਹਦੇ ਲਈ ਕੌਣ ਜ਼ਿੰਮੇਵਾਰ ਹੈ। ਜਿੱਤ ਦਾ ਸਿਹਰਾ ਲੈਣ ਵਾਲੇ ਤਾਂ ਬਹੁਤ ਸਾਰੇ ਅੱਗੇ ਆ ਜਾਂਦੇ ਨੇ, ਪਰ ਹਾਰ ਦਾ ਸਿਹਰਾ ਲੈਣ ਵਾਲੇ ਕੌਣ ਆਉਣਗੇ? ਹੁਣ ਇਸ ਮਾਮਲੇ ਵਿੱਚ ਜ਼ਿੰਮੇਵਾਰੀ ਕਿਹਦੀ ਬਣਦੀ ਹੈ? ਨੰਬਰ 1 ਤੇ ਜਿਹੜੀ ਉਂਗਲੀ ਉੱਠਦੀ ਹੈ ਉਹ ਸਰਕਾਰ ਤੇ ਉੱਠਦੀ ਹੈ ਹਮੇਸ਼ਾ, ਬਾਈ ਡਿਫਾਲਟ। ਜਿਵੇਂ ਕਹਿ ਲਓ ਕਿ ਹਰ ਕੰਮ ਦੀ ਜ਼ਿੰਮੇਵਾਰੀ ਸਰਕਾਰ ਤੇ ਹੀ ਹੋਵੇ। ਹੁਣ ਇਸ ਮਾਮਲੇ ਵਿੱਚ ਸਰਕਾਰ ਕਿੰਨੀ ਕੁ ਜ਼ਿੰਮੇਵਾਰ ਹੈ, ਮੈਂ ਉਹ ਆਪ ਜੀ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਦਾ ਜੀ। ਇੱਕ ਤਾਂ ਇਹ ਹੈ ਕਿ ਤੁਸੀਂ ਗਾਹੇ ਬਗਾਹੇ ਖਬਰਾਂ ਵਿੱਚ ਪੜ੍ਹਦੇ ਹੁੰਦੇ ਹੋਵੋਗੇ ਕਿ ਸਰਕਾਰ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਫਲਾਣ ਜ਼ਿਲ੍ਹਿਆਂ ਦੇ ਫਲਾਣ ਬਲਾਕ ਵਿੱਚ ਨਵਾਂ ਬੋਰ ਕਰਨ ਦੀ ਪਾਬੰਦੀ ਹੈ ਤੇ ਬੋਰ ਕਰਨ ਤੋਂ ਪਹਿਲਾਂ ਪਰਮਿਸ਼ਨ ਲੈਣੀ, ਪ੍ਰਵਾਨਗੀ ਜਿਹੜੀ ਲੈਣੀ ਆ ਉਹ ਜ਼ਰੂਰੀ ਹੈ। ਪਰ ਇਸ ਕਾਨੂੰਨ ਨੂੰ ਮੰਨਦਾ ਕੋਈ ਨਹੀਂ। ਕੋਈ ਸਰਕਾਰੀ ਬੋਰ ਜਾਂ ਕੋਈ ਖਾਸ ਕਿਸਮ ਦੀਆਂ ਗੱਲਾਂ ਜਾਂ ਕੁਝ ਖਾਸ ਕੇਸਾਂ ਦੇ ਵਿੱਚ ਹੋ ਸਕਦਾ ਹੈ ਕਿ ਇਹੋ ਜਿਹੀ ਪਰਮਿਸ਼ਨ ਕੋਈ ਲੈਂਦਾ ਹੋਵੇ, ਨਹੀਂ ਤੇ ਆਪਣੀ ਮਰਜ਼ੀ ਨਾਲ ਅਸੀਂ ਜਗ੍ਹਾ ਜਗ੍ਹਾ 'ਤੇ ਧਰਤੀ ਦੇ ਵਿੱਚ ਛੇਕ ਕਰਕੇ ਉੱਥੋਂ ਪਾਣੀ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ। ਪਿਛਲੇ ਬਹੁਤ ਸਾਰੇ ਸਾਲਾਂ ਤੋਂ, ਇਹੋ ਸਦੀਆਂ ਤੋਂ ਜਿਹੜਾ ਇਹ ਸਿਸਟਮ ਚੱਲ ਰਿਹਾ। ਕਦੇ ਖੂਹ ਹੋਇਆ ਕਰਦੇ ਸਨ,
ਤੇ ਬਾਅਦ ਵਿੱਚ ਉਹਨਾਂ ਦੀ ਜਗ੍ਹਾ ਹੁਣ ਸਮਰਸੀਬਲ ਬੋਰਾਂ ਨੇ ਲੈ ਲਈ ਹੈ। ਸਬਮਰਸੀਬਲ ਬੋਰ ਭਾਵ ਕਿ ਜੋ ਮੋਟਰ ਵਗੈਰਾ ਤੇ ਪੰਪ ਹੈ ਸਬਮਰਜਡ ਹੈ, ਡੁੱਬਿਆ ਹੋਇਆ, ਜਿਸ ਦਾ ਮਤਲਬ ਹੈ ਉਹ ਇੱਕ ਪਲਾਸਟਿਕ ਦਾ ਬੋਰਵੈਲ ਜਾਂ ਲੋਹੇ ਦਾ ਵੀ ਕਦੇ ਬਣਦਾ ਹੁੰਦਾ ਸੀ। ਉਹ ਇੱਕ ਖੁੱਲ੍ਹਾ ਮੋਰਾ ਜਿਹੜਾ ਹੈ ਜ਼ਮੀਨ ਦੇ ਵਿੱਚ ਕੀਤਾ ਜਾਂਦਾ ਹੈ, ਮੋਗਾ, ਫਿਰ ਉਸ ਦੇ ਵਿੱਚ ਪਲਾਸਟਿਕ ਦਾ ਇੱਕ ਇਨਸਾਈਡ ਇੱਕ ਵੈਲ ਬਣਾਇਆ ਜਾਂਦਾ ਹੈ। ਉਹਦੇ ਵਿੱਚ ਫਿਰ ਸਮਰਸੀਬਲ ਮੋਟਰ ਜਿਹੜੀ ਹੈ ਉਹ ਜ਼ਮੀਨ ਦੇ ਵਿੱਚ ਭੇਜੀ ਜਾਂਦੀ ਅਤੇ ਡੂੰਘੀ ਤੋਂ ਡੂੰਘੀ ਫਿਰ ਉਹ ਜਾਂਦੀ ਹੈ। ਇਸ ਨੂੰ ਦੇਸੀ ਜ਼ੁਬਾਨ ਦੇ ਵਿੱਚ ਮੱਛੀ ਮੋਟਰ ਵੀ ਆਖ ਦਿੰਦੇ ਆ। ਮੱਛੀ ਮੋਟਰਾਂ ਦਾ ਪ੍ਰਚਲਨ ਜਦੋਂ ਤੋਂ ਹੋਇਆ ਹੈ, ਇਹ ਗੱਲ ਮੰਨਣ ਵਾਲੀ ਹੈ, ਮੰਨ ਲੈਣੀ ਚਾਹੀਦੀ ਹੈ ਕਿ ਹਾਦਸੇ ਘਟੇ ਨੇ। ਉਹ ਕਿਵੇਂ ਕਿ ਪਹਿਲਾਂ ਖੂਹ ਤੇ ਖੂਹੀਆਂ ਹੋਇਆ ਕਰਦੇ ਸਨ, ਉਹਨਾਂ ਵਿੱਚ ਡੂੰਘੇ ਪੱਖੇ ਵਗੈਰਾ ਲੱਗੇ ਹੁੰਦੇ ਸੀ ਅਤੇ ਉਹਨਾਂ ਨੇ ਜਦੋਂ ਕਿਸਾਨਾਂ ਨੇ ਕਿਤੇ ਜਾਣਾ, ਕਿਤੇ ਜ਼ਹਿਰੀਲੀ ਗੈਸ ਕਿਸੇ ਦੀ ਡਿੱਗਣ ਨਾਲ ਕੋਈ ਖੂਹ ਪੁੱਟਦਿਆਂ ਅਤੇ ਮਜ਼ਦੂਰਾਂ ਦੀ ਮੌਤ ਹੋ ਜਾਣੀ, ਕਦੇ ਕੁਛ ਹੋ ਜਾਣਾ, ਕਦੇ ਕੁਛ ਹੋ ਜਾਣਾ, ਕਦੇ ਕੋਈ ਜਾਨਵਰ ਡਿੱਗ ਪਿਆ, ਕੁਝ ਨਾ ਕੁਝ ਹੋਇਆ ਹੀ ਰਹਿੰਦਾ ਸੀ ਅਤੇ ਬਹੁਤ ਜ਼ਿਆਦਾ ਘਟਨਾਵਾਂ ਹੁੰਦੀਆਂ ਸੀ। ਉਸ ਤੋਂ ਬਾਅਦ ਉਹ ਗਿਣਤੀ ਤਾਂ ਘਟੀ ਹੈ, ਪਰ ਜਿਹੜਾ ਕੰਮ ਸੌਖਿਆਂ ਹੀ ਜਿਸ ਨੂੰ ਬਿਲਕੁਲ ਰੋਕਿਆ ਜਾ ਸਕਦਾ, ਜ਼ੀਰੋ ਕੀਤਾ ਜਾ ਸਕਦਾ, ਅਸੀਂ ਉਸ 'ਤੇ ਇੰਨੇ ਅਵੇਸੜੇਪਣ ਦਾ ਕਿਉਂ ਸ਼ਿਕਾਰ ਹਾਂ? ਇਸ ਮਾਮਲੇ ਦੇ ਵਿੱਚ ਜਿਵੇਂ ਮੈਂ ਪਹਿਲਾਂ ਕਿਹਾ ਸੀ ਕਿ ਕਿਸੇ ਨਾ ਕਿਸੇ ਦੀ ਰਿਸਪੌਂਸਿਬਿਲਿਟੀ ਤੈਅ ਕਰਨੀ ਪਏਗੀ। ਸਰਕਾਰ ਨੂੰ ਅਸੀਂ ਇਸ ਮਾਮਲੇ ਦੇ ਵਿੱਚ ਇੰਨਾ ਕਹਿ ਸਕਦੇ ਹਾਂ ਕਿ ਉਹਨਾਂ ਨੇ ਬਹੁਤੀ ਸਖਤੀ ਨਹੀਂ ਕੀਤੀ ਕਦੇ, ਅਤੇ ਉਸ ਚੀਜ਼ ਦਾ ਖਾਮਿਆਜ਼ਾ ਜਿਹੜਾ ਸਾਨੂੰ ਜਾਨਾਂ ਦੇ ਕੇ ਹੁਣ ਭੁਗਤਣਾ ਪੈ ਰਿਹਾ। ਫਤਿਹਵੀਰ ਤੋਂ ਬਾਅਦ ਰਿਤਿਕ ਰੋਸ਼ਨ ਦੀ ਵਾਰੀ ਆ ਗਈ ਹੈ, ਅਤੇ ਯਕੀਨ ਕਰ ਲੈਣਾ ਇਹ ਆਖਰੀ ਨਹੀਂ ਹੈ। ਜੇ ਅਸੀਂ ਇਸੇ ਤਰ੍ਹਾਂ ਚੱਲਦੇ ਰਹੇ ਹੋਰ ਵੀ ਘਟਨਾਵਾਂ ਹੋਣਗੀਆਂ। ਸਾਨੂੰ ਸਿੱਧੇ ਹੋਣਾ ਪਏਗਾ, ਅੱਖਾਂ ਖੋਲ੍ਹਣੀਆਂ ਪੈਣਗੀਆਂ, ਦਿਮਾਗ ਵਰਤਣਾ ਪਏਗਾ। ਅਸਲ ਵਿੱਚ ਕੀ ਇਹ ਬੋਰਵੈਲ ਜਿਹੜੇ ਨੇ ਇਹਨਾਂ 'ਤੇ ਇੰਨਾ ਹੀ ਜ਼ਿਆਦਾ ਔਖਾ ਜਿਹੜਾ ਇਸ 'ਤੇ ਕੋਈ ਢੱਕਣ ਵਗੈਰਾ ਲਾਉਣਾ? ਇਹ ਗੱਲ ਆਪਾਂ ਸੋਚੀਏ। ਮੈਂ ਇਸ ਦੇ ਬਾਬਤ ਬਹੁਤ ਸਾਰੇ ਲੋਕਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਬਿਲਕੁਲ ਇਹ ਆਸਾਨ ਕੰਮ ਹੈ ਔਰ ਮਿੰਟਾਂ ਸਕਿੰਟਾਂ ਦਾ ਕੰਮ ਹੈ, ਅਤੇ ਜਿਸ ਨਾਲ ਦੁਰਘਟਨਾ ਇਹੋ ਜਿਹੀ ਤੋਂ ਹਮੇਸ਼ਾ ਲਈ ਬਚਿਆ ਜਾ ਸਕਦਾ ਹੈ। ਹੁਣ ਇਹ ਫਿਰ ਜ਼ਿੰਮੇਵਾਰੀ ਕਿਸ ਦੀ ਹੋਈ? ਜ਼ਾਹਿਰਾ ਤੌਰ 'ਤੇ ਇਹ ਕਿਸਾਨ ਦੀ ਹੀ ਜ਼ਿੰਮੇਵਾਰੀ ਹੈ, ਜਾਂ ਜਿਹੜੀ ਵੀ ਉਹ ਪਾਰਟੀ ਹੈ, ਜਾਂ ਜਿਹੜਾ ਵੀ, ਭਾਵੇਂ ਕਿਸੇ ਦੁਕਾਨਦਾਰ ਦਾ ਬੋਰ ਹੋਵੇ, ਭਾਵੇਂ ਕਿਸੇ ਦੇ ਇੰਡਸਟਰੀ ਦਾ, ਕਿਸੇ ਫੈਕਟਰੀ ਦਾ, ਕਿਸੇ ਦੇ ਕੋਈ ਇਸ ਤਰ੍ਹਾਂ ਦਾ ਸਿਸਟਮ ਹੋਵੇ ਜਿੱਥੇ ਉਸਨੇ ਬੋਰ ਕਰਨਾ ਕਰਵਾਉਣਾ, ਭਾਵੇਂ ਕਿਸੇ ਹੌਸਪੀਟਲ ਦਾ ਬੋਰ ਹੋਵੇ ਜਾਂ ਡੂੰਘਾ ਟੋਆ ਹੋਵੇ। ਇਹ ਪਿੰਡਾਂ ਦੇ ਛੱਪੜਾਂ ਵਿੱਚ ਵੀ ਬਹੁਤ ਸਾਰੇ ਇਹੋ ਜਿਹੇ ਕਾਰਨਾਮੇ ਹੁੰਦੇ ਨੇ, ਪਰ ਇਸ ਤੋਂ ਤਾਂ ਬਚਿਆ ਜਾ ਸਕਦਾ। ਇਹ ਤਾਂ ਅਸੀਂ ਮੈਨ ਮੇਡ ਇੱਕ ਜਿਹੜਾ ਹੈ, ਅਸੀਂ ਹਿਊਮਨ ਦੁਆਰਾ ਇੱਕ ਆਪਣੇ ਆਪ ਲਈ ਸਮੱਸਿਆ ਖੜੀ ਕਰ ਲਈ ਹੈ। ਔਰ ਸ਼ਿਕਾਰ ਇਸ ਦਾ ਕੌਣ ਹੁੰਦਾ? ਬੱਚੇ, ਜਿਨ੍ਹਾਂ ਦੀ ਜ਼ਿੰਦਗੀ ਸਭ ਤੋਂ ਜ਼ਿਆਦਾ ਕੀਮਤੀ ਹੈ, ਕਿਉਂਕਿ ਉਹ ਜਗ੍ਹਾ ਛੋਟੀ ਹੁੰਦੀ ਹੈ, ਬੱਚੇ ਡਿੱਗਦੇ ਨੇ ਉਸ ਵਿੱਚ ਆਮ ਤੌਰ 'ਤੇ। ਦੁਰਘਟਨਾ ਕਿਤੇ ਵੀ ਹੋ ਸਕਦੀ ਹੈ, ਪਰ ਇਸ ਤੋਂ ਸਹਿਜੇ ਬਚਿਆ ਜਾ ਸਕਦਾ ਹੈ। ਸਾਨੂੰ ਅੱਖਾਂ ਖੋਲ੍ਹਣ ਦੀ ਜ਼ਰੂਰਤ ਹੈ। ਹੁਣ ਇਸ ਦੀ ਜ਼ਿੰਮੇਵਾਰੀ ਕੌਣ ਲਏਗਾ? ਕੀ ਕਿਸਾਨ ਲੈਣਗੇ? ਮੈਨੂੰ ਯਕੀਨ ਆ ਕਿ ਕਿਸਾਨ ਜ਼ਿੰਮੇਵਾਰੀ ਲੈਣਗੇ। ਕਿਸਾਨ ਨੇ ਜੇ ਅੰਨਦਾਤਾ ਅਖਵਾਉਣ ਦਾ ਹੱਕ ਹਾਸਲ ਕੀਤਾ ਹੈ ਅਤੇ ਉਹ ਕੁਝ ਕਾਰਨਾਂ ਕਰਕੇ ਕੀਤਾ। ਕਿਸਾਨ ਕੋਲ ਦਾਨ ਦੇਣ ਦੀ ਸਮਰੱਥਾ ਵੀ ਆ, ਕਿਸਾਨ ਦੇ ਕੋਲ ਹਮਦਰਦੀ ਵੀ ਹੈ। ਅੱਜ ਉਹ ਸਮਾਂ ਆ ਗਿਆ ਜਦੋਂ ਸਾਡੇ ਸੜਕਾਂ 'ਤੇ ਅਵਾਰਾ ਪਸ਼ੂ ਘੁੰਮ ਰਹੇ ਨੇ। ਕਿਉਂ ਘੁੰਮ ਰਹੇ ਨੇ? ਉਹਨਾਂ ਨੂੰ ਸਾਂਭਣ ਵਾਲਾ ਕੋਈ ਨਹੀਂ। ਉਹਨਾਂ ਦਾ ਦੁੱਧ ਪੀਂਦੇ ਨੇ ਲੋਕ, ਫਿਰ ਉਹਨਾਂ ਨੂੰ ਅਵਾਰਾ ਘੁੰਮਣ ਲਈ ਛੱਡ ਦਿੰਦੇ ਨੇ, ਉਹ ਫਿਰ ਅਵਾਰਾ ਘੁੰਮਦੇ ਨੇ। ਗਊਸ਼ਾਲਾ ਨੇ ਕਿੰਨੇ ਸਾਂਭ ਲੈਣੇ ਨੇ? ਸੜਕ 'ਤੇ ਨਿੱਤ ਹਾਦਸਿਆਂ ਦਾ ਕਾਰਨ ਬਣਦੇ ਨੇ। ਉਸ ਲਈ ਸਾਰੇ ਜ਼ਿੰਮੇਵਾਰ ਨੇ। ਉਸ ਵਿੱਚ ਇਕੱਲੇ ਕਿਸਾਨ ਨੇ ਤਾਂ ਮੱਝਾਂ ਗਾਵਾਂ ਰੱਖੀਆਂ ਨਹੀਂ ਹੋਈਆਂ, ਮੱਝਾਂ ਨੂੰ ਤਾਂ ਖੈਰ ਅਵਾਰਾ ਕੋਈ ਨਹੀਂ ਛੱਡਦਾ, ਸਾਰੇ ਹੀ ਰੱਖਦੇ ਨੇ, ਸਾਰੇ ਜ਼ਿੰਮੇਵਾਰ ਨੇ ਜਿੰਨੇ ਰੱਖਦੇ ਨੇ। ਕਿਉਂ ਇਸ ਤਰ੍ਹਾਂ ਛੱਡਿਆ ਜਾਂਦਾ? ਉਸ ਦਾ ਸਿਸਟਮ ਪ੍ਰੋਪਰ ਕਿਉਂ ਨਹੀਂ ਹੈ ਕੋਈ? ਉਸ ਵਾਸਤੇ ਸਰਕਾਰਾਂ ਸਭ ਤੋਂ ਵੱਡੀਆਂ ਜ਼ਿੰਮੇਵਾਰ ਨੇ। ਹੁਣ ਇੱਧਰ ਨੂੰ ਫੇਰ ਆ ਜਾਈਏ ਕਿ ਇਸ ਦੀ ਜ਼ਿੰਮੇਵਾਰੀ ਕਿਸਾਨ, ਜੋ ਕਹਿੰਦੇ ਸੀ ਕਿ ਬਲਦ, ਜਦੋਂ ਮਸ਼ੀਨੀ ਯੁੱਗ ਨਹੀਂ ਸੀ, ਜਿਹੜੇ ਬਲਦ ਸੀ ਜਾਂ ਪਸ਼ੂ ਹੁੰਦੇ ਸੀ ਕਿਸਾਨ ਦੇ, ਆਪਣੇ ਬੱਚਿਆਂ ਤੋਂ ਬਾਅਦ ਸਭ ਤੋਂ ਪਿਆਰੀ ਚੀਜ਼ ਕਿਸਾਨ ਨੂੰ, ਜਿਹੜਾ ਸੀ ਪਿੰਡਾਂ ਵਿੱਚ ਰਹਿਣ ਵਾਲਾ ਦਿਹਾਤ ਦਾ ਵਿਅਕਤੀ ਆ, ਉਸਨੂੰ ਉਹ ਹੁੰਦੇ ਸੀ। ਉਸ ਤੋਂ ਦੁੱਧ ਲੈਣਾ ਹੈ, ਕੰਮ ਲੈਣਾ ਹੈ, ਅਤੇ ਬੱਚਿਆਂ ਵਾਂਗ ਪਾਲਦੇ ਸੀ। ਇਹਨਾਂ ਦੇ ਬਾਰੇ 'ਤੇ ਗੀਤ ਲਿਖੇ ਹੋਏ ਨੇ, ਕਵਿਤਾਵਾਂ ਲਿਖੀਆਂ ਹੋਈਆਂ ਨੇ, ਕਹਾਣੀਆਂ ਬਣੀਆਂ ਹੋਈਆਂ ਨੇ। ਫਿਰ ਇਹਦਾ ਮਤਲਬ ਹੈ ਕਿ ਸਮੇਂ ਦੀ ਦੌੜ ਨੇ ਉਹਨਾਂ ਚੀਜ਼ਾਂ ਨੂੰ ਅਬਸਲੀਟ ਕਰ ਦਿੱਤਾ ਅਤੇ ਨਵੀਆਂ ਚੀਜ਼ਾਂ ਉੱਭਰ ਕੇ ਸਾਹਮਣੇ ਆ ਗਈਆਂ। ਇਹ ਜਿਹੜਾ ਬੋਰਵੈਲ ਹੈ ਸਬਮਰਸੀਬਲ ਮੋਟਰਾਂ ਦਾ, ਇਹ ਉਸੇ ਦੀ ਦੇਣ ਹੈ ਜਿਹਨੂੰ ਅਸੀਂ ਅਵੇਸੜੇਪਣ ਦਾ ਸ਼ਿਕਾਰ ਹੋ ਕੇ ਖਾਮਿਆਜ਼ਾ ਜਿਹੜਾ ਹੈ ਉਹ ਭੁਗਤ ਰਹੇ ਹਾਂ। ਜੀ, ਇੱਕ ਗੱਲ ਹੈ ਕਿ ਗਲਤੀ ਨੂੰ ਕੌਣ ਸਵੀਕਾਰ ਕਰੇਗਾ? ਜਿਵੇਂ ਅਸੀਂ ਸਰਕਾਰਾਂ ਦੀ ਗੱਲ ਕਰਦੇ ਹਾਂ ਕਿ ਕਿਸਾਨਾਂ ਦੀ ਹਾਲਤ, ਮੈਂ ਮਾਫੀ ਚਾਹਾਂਗਾ ਗੱਲ ਕਰਨ ਤੋਂ ਪਹਿਲਾਂ, ਇਸ ਵੇਲੇ ਕਿਸਾਨੀ ਦੀ ਹਾਲਤ ਥੋੜ੍ਹੀ ਜਿਹੀ ਇਹ ਹੈ, ਕਿਸਾਨਾਂ ਦੀ ਖਾਸ ਤੌਰ 'ਤੇ ਕੁਝ ਜਥੇਬੰਦੀਆਂ ਦੀ ਮੈਂ ਗੱਲ ਕਰਾਂਗਾ। ਸਾਰੇ ਕਿਸਾਨ ਨਹੀਂ ਇਸ ਤਰ੍ਹਾਂ ਸੋਚਦੇ ਨੇ,
ਪਰ ਗੱਲ ਇਹ ਹੈ ਕਿ ਕਿਸਾਨ ਜਥੇਬੰਦੀਆਂ ਜਦੋਂ ਤੋਂ ਮੋਰਚਾ ਲੱਗਾ, ਇੰਨਾ ਵੱਡਾ ਦੁਨੀਆ ਨੇ ਦੇਖਿਆ, ਮੋਰਚੇ ਵਿੱਚ ਜਿੱਤ ਹੋਈ ਹੈ, ਥੋੜਾ ਜਿਹਾ ਇਸ ਮਾਮਲੇ ਦੇ ਵਿੱਚ ਕਿਸਾਨਾਂ ਨੂੰ ਸੋਚਣਾ ਪਏਗਾ, ਆਪਣੇ ਤੌਰ ਤੇ ਕੁਝ ਗੱਲਾਂ ਕਰਨੀਆਂ ਪੈਣਗੀਆਂ ਜੀ। ਨਾੜ ਨੂੰ ਜਾਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਣ ਦਾ ਮੁੱਦਾ ਹੋਵੇ, ਪਾਣੀ ਦਾ ਮੁੱਦਾ ਹੋਵੇ, ਇਸ ਮਾਮਲੇ ਤੇ ਕਿਸਾਨ ਜਥੇਬੰਦੀਆਂ ਦਾ ਚੁੱਪ ਰਹਿਣਾ ਜਾਂ ਹਲਕੇ ਫੁਲਕੇ ਸ਼ਬਦਾਂ ਦੇ ਵਿੱਚ ਉਸ ਨੂੰ ਜਿਹੜਾ ਹੈ ਗੋਲਮੋਲ ਕਰਕੇ ਲਪੇਟ ਕੇ ਲੋਕਾਂ ਸਾਹਮਣੇ ਪੇਸ਼ ਕਰਨਾ ਮੈਨੂੰ ਪਸੰਦ ਨਹੀਂ ਆਇਆ ਵਿਅਕਤੀਗਤ ਤੌਰ ਤੇ। ਇੱਥੇ ਗੱਲ ਇਹ ਹੈ ਕਿ ਜਿਸ ਨੂੰ ਆਪਣੀ ਗੱਲ ਕੋਈ ਪਤਾ ਹੋਵੇ ਕਿ ਇੱਥੇ ਅਸੀਂ ਗਲਤ ਹਾਂ ਤੇ ਉਸ ਨੂੰ ਸਵੀਕਾਰ ਕਰ ਲੈਣਾ ਚਾਹੀਦਾ, ਹਰ ਵੇਲੇ ਸਿਫਤਾਂ ਸੁਣਨ ਦੇ ਆਦੀ ਨਹੀਂ ਬਣਨਾ ਚਾਹੀਦਾ ਜੀ। 2014 ਦੇ ਵਿੱਚ ਮੋਦੀ ਸਰਕਾਰ ਬਣਦੀ ਪਹਿਲੀ ਵਾਰ ਤੇ ਲੋਕ ਫਤਵਾ ਸੀ, ਉਹਨਾਂ ਨੇ ਹਾਸਲ ਕੀਤਾ ਹੈ ਸੀ, ਪਰ ਇੱਕ ਅਜੀਬ ਕੈਫੀਅਤ ਜਿਹੜੀ ਹੈ ਬੀਜੇਪੀ ਭਾਜਪਾ ਤੇ ਸਰਕਾਰ ਦੇ ਵਿੱਚ ਆ ਗਈ ਕਿ ਅਸੀਂ ਕਿਸੇ ਦਾ ਕ੍ਰਿਟਿਸਿਜ਼ਮ ਜਿਹੜਾ ਆਲੋਚਨਾ ਹੈ ਉਸ ਨੂੰ ਬਰਦਾਸ਼ਤ ਨਹੀਂ ਕਰਨਾ। ਇਸੇ ਦੇ ਚਲਦਿਆਂ ਸਰਕਾਰਾਂ ਵੱਲੋਂ ਸਖਤੀਆਂ ਕੀਤੀਆਂ ਗਈਆਂ, ਮੂੰਹ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਲੋਕਾਂ ਦਾ, ਤੇ ਕਿਸਾਨ ਜਥੇਬੰਦੀਆਂ ਵੀ ਕਿਤੇ ਅਜਿਹਾ ਤਾਂ ਨਹੀਂ ਕਰ ਰਹੀਆਂ। ਹੁਣ ਇਸ ਮਾਮਲੇ ਤੇ ਕਿਸਾਨ ਜਥੇਬੰਦੀਆਂ ਨੂੰ ਜੇ ਹੁਕਮ ਨਹੀਂ ਤਾਂ ਬੇਨਤੀ ਜ਼ਰੂਰ ਆਪਣੇ ਭਰਾਵਾਂ ਨੂੰ ਕਰਨੀ ਚਾਹੀਦੀ ਹੈ, ਭੈਣਾਂ ਨੂੰ, ਕਿ ਆ ਜਿਹੜੇ ਬੋਰਵੈਲ ਖੁੱਲ੍ਹੇ ਪਏ ਨੇ ਇਹਨਾਂ ਨੂੰ ਭਾਈ ਰਹਿਣ ਦਿਓ, ਸਰਕਾਰਾਂ ਨੂੰ ਕਿਸੇ ਹੋਰ ਨੂੰ ਛੱਡ ਦਿਓ, ਆ ਬੱਚਿਆਂ ਦੀ ਤੇ ਮਾਸੂਮਾਂ ਦੀ ਤੇ ਜਾਨ ਬਚਾਈਏ ਅਸੀਂ ਜੀ। ਇਹ ਕਿਹੜੇ ਕੰਮ 'ਚ ਪਏ ਹੋਏ ਆ ਅਸੀਂ? ਪਰ ਅਵੇਸਲੇ ਇੰਨੇ ਆ ਹਾਦਸਿਆਂ ਨੂੰ ਲੈ ਕੇ, ਜਿਵੇਂ ਪਹਿਲੇ ਦਿਨ ਜਦੋਂ ਬਟਾਲੇ ਦੇ ਵਿੱਚ ਸਕੂਲ ਬੱਸ ਜਿਹੜੀ ਸੀ ਨਾੜ ਦੇ ਧੂਏਂ ਦੇ ਵਿੱਚ ਉਲਝ ਗਈ ਤੇ ਬੱਚੇ ਜ਼ਖਮੀ ਹੋਏ, ਉਸ ਤੋਂ ਬਾਅਦ ਇੱਕ ਲੜਕੀ ਦੀ ਮੌਤ ਵੀ ਹੁੰਦੀ ਹੈ, ਫਿਰ ਹੋਰ ਥਿਊਰੀਜ਼ ਨਿਕਲ ਕੇ ਆਉਂਦੀਆਂ ਨੇ ਕਿ ਉਹ ਨਾੜ ਦੀ ਅੱਗ ਨਹੀਂ ਸੀ, ਫਲਾਂ ਸੀ। ਅਖੀਰ ਕੋਈ ਨਾ ਕੋਈ ਗੱਲ ਤੁਰਦੀ ਤਾਂ ਹੈ ਨਾ ਕਿਤੇ। ਹੁਣ ਅੱਜ ਉਸ ਬੋਰਵੈਲ ਦੇ ਮਾਲਕ ਤੇ ਵੀ ਪਰਚਾ ਦਰਜ ਹੋ ਗਿਆ, ਪਰ ਉਸ ਪਰਚੇ ਨਾਲ ਕੀ ਮਸਲਾ ਹੱਲ ਹੋਵੇਗਾ ਜਾਂ ਸਰਕਾਰਾਂ ਦੀ ਨੀਤੀ ਕੀ ਹੈ ਇਸ ਮਸਲੇ ਤੇ ਸਾਡੀ ਆਪਣੀ ਨੈਤਿਕ ਜ਼ਿੰਮੇਵਾਰੀ ਕੀ ਹੈ, ਇਹ ਸਾਨੂੰ ਦੇਖਣਾ ਪਏਗਾ ਜੀ। ਹੁਣ ਇਸ ਮਾਮਲੇ ਦੇ ਵਿੱਚ ਜਾਨ ਤੇ ਜਿਹੜੀ ਚਲੇ ਗਈ ਵਾਪਸ ਨਹੀਂ ਆ ਸਕਦੀ, ਪਰ ਸਬਕ ਸਿੱਖ ਲਈਏ ਤੇ ਬਹੁਤ ਚੰਗੇ ਰਵਾਂਗੇ। ਇਹ ਧੱਬਾ ਜੋ ਸਾਡੇ ਤੇ ਇੱਕ ਲੱਗ ਰਿਹਾ ਕਿ ਇਹ ਕਿਸਾਨ ਇਹੋ ਜਿਹੇ ਕਿਸਾਨ ਹੀ ਜ਼ਿਆਦਾ ਬੋਰ ਕਰਵਾਉਂਦੇ ਨੇ, ਹੋਰ ਵੀ ਕਰਦੇ ਹੋਣਗੇ ਲੋਕ, ਪਰ ਇਸ ਤੋਂ ਅਸੀਂ ਇਸ ਤਰ੍ਹਾਂ ਹੱਥ ਧੋ ਕੇ ਨਾ ਬੈਠੀਏ, ਉੱਠੀਏ, ਜਾਗੀਏ ਤੇ ਕੋਈ ਨਾ ਕੋਈ ਇਹੋ ਜਿਹਾ ਕੰਮ ਕਰੀਏ ਜਿਸ ਦੇ ਨਾਲ ਅਜਿਹੀ ਦੁਰਘਟਨਾ ਜਿਹੜੀ ਹੈ ਦੁਬਾਰਾ ਨਾ ਵਾਪਰੇ ਜੀ। ਕੁਲਦੀਪ ਜੀ, ਇਸ ਤੋਂ ਪਹਿਲਾਂ ਕਿ ਮੈਂ ਪੰਜਾਬ ਦੀ ਰਾਜਨੀਤੀ ਦੀ ਗੱਲ ਕਰਾਂ, ਗੱਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਕਰਨੀ ਬਣਦੀ ਹੈ। ਜਦੋਂ ਅਕਾਲੀ ਹਾਰੇ ਤੇ ਕਹਿੰਦੇ ਲੋਕਾਂ ਨੂੰ ਪਤਾ ਨਹੀਂ ਲੱਗਦਾ ਵੀ ਵੋਟ ਕਿਹਨੂੰ ਪਾਉਣੀ ਹੈ। ਫਿਰ ਟੈਸਟ ਟਿਊਬ ਬੇਬੀ ਦੇ ਜਿਹੜੇ ਸੈਂਟਰ ਸੀਗੇ ਉਹਨਾਂ ਤੇ ਇਹਨਾਂ ਨੇ ਟਿੱਪਣੀ ਕਰਤੀ ਤੇ ਹੁਣ ਕਹਿੰਦੇ ਨੇ ਵੀ ਹਰ ਸਿੱਖ ਨੂੰ ਕਾਨੂੰਨੀ ਹਥਿਆਰ ਰੱਖਣਾ ਚਾਹੀਦਾ, ਪਤਾ ਨਹੀਂ ਤੁਹਾਨੂੰ ਕਦੋਂ ਕਿੱਥੇ ਲੋੜ ਪੈ ਜੇ। ਤੇ ਤੁਸੀਂ ਮੈਨੂੰ ਇਸ ਬਿਆਨ ਦਾ ਮਤਲਬ ਸਮਝਾ ਦਿਓ। ਦੇਖੋ, ਇਸ ਬਿਆਨ ਦਾ ਜੇ ਵਿਸਥਾਰ ਨਾਲ ਮਤਲਬ ਸਮਝਣਾ ਹੈ ਤੇ ਸਾਨੂੰ ਦੁਬਾਰਾ ਗਿਆਨੀ ਹਰਪ੍ਰੀਤ ਸਿੰਘ ਦੇ ਕੋਲ ਹੀ ਜਾਣਾ ਪਏਗਾ। ਉਹਨਾਂ ਨੇ ਇਸ ਪਿਛਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਦੇ ਕਈ ਬਿਆਨ ਦਿੱਤੇ ਨੇ। ਉਹਨਾਂ ਨੇ ਵੱਧ ਬੱਚੇ ਪੈਦਾ ਕਰਨ ਦੀ ਗੱਲ ਵੀ ਹੈ, ਟੈਸਟ ਟਿਊਬ ਵਾਲੀ ਜਿਵੇਂ ਤੁਸੀਂ ਦੱਸਿਆ, ਕੁਝ ਗੱਲਾਂ ਉਹਨਾਂ ਨੇ ਇਸ ਤਰ੍ਹਾਂ ਕੀਤੀਆਂ ਨੇ ਜਿਵੇਂ ਕਿ ਉਹ ਪੰਜਾਬ ਦੇ ਵਿੱਚ ਇੱਕ ਸੋਸ਼ਲ ਸਿਸਟਮ ਦੀ ਜਿਹੜਾ ਇੱਕ ਗੱਲਬਾਤ ਹੈ ਉਹਨੂੰ ਕਿਸੇ ਤਰੀਕੇ ਨਾਲ ਅੱਗੇ ਤੋਰਨਾ ਚਾਹੁੰਦੇ ਹੋਣ ਜੀ। ਉਹਨਾਂ ਨੇ ਇਹ ਵੀ ਕਿਹਾ ਸੀ ਚੋਣਾਂ ਤੋਂ ਬਾਅਦ ਕਿ ਅਕਾਲੀ ਦਲ ਦਾ ਇੰਨੇ ਬੁਰੇ ਤਰੀਕੇ ਨਾਲ ਹਾਰਨਾ ਪੰਜਾਬ ਲਈ ਖਤਰਨਾਕ ਹੈ, ਸਿੱਖ ਕੌਮ ਲਈ ਖਤਰਨਾਕ ਹੈ, ਮਾੜੀ ਗੱਲ ਹੈ। ਉਹਨਾਂ ਦੇ ਇਸ ਬਿਆਨ ਦਾ ਲੋਕਾਂ ਨੇ ਰਾਜਨੀਤਿਕ ਅਰਥ ਹੀ ਕੱਢਿਆ ਤੇ ਨਿਕਲਦਾ ਵੀ ਉਹੀ ਸੀ, ਹੋਰ ਕੁਛ ਹੈ ਨਹੀਂ ਸੀ। ਖੈਰ, ਜਿਹੜੀ ਉਹਨਾਂ ਨੇ ਹੁਣ ਗੱਲ ਕੀਤੀ ਹੈ ਇਹ ਲੰਬੀ ਚੌੜੀ ਦਾਸਤਾਨ ਹੈ। ਜੇ ਇਸ ਦੇ ਬਾਰੇ ਅਸੀਂ ਉਹਨਾਂ ਦੀ ਗੱਲ ਨੂੰ ਮੰਨਣਾ ਵੀ ਹੋਵੇ, ਕੀ ਅਸਲੀਅਤ ਦੇ ਵਿੱਚ ਅਜਿਹਾ ਹੋ ਸਕਦਾ ਹੈ ਕਿ ਹਰ ਸਿੱਖ ਦੇ ਕੋਲ ਇੱਕ ਹਥਿਆਰ ਹੋਵੇ? ਕਾਨੂੰਨ ਕਿੰਨੇ ਹਥਿਆਰ ਰੱਖਣ ਦੀ ਇਜਾਜ਼ਤ ਦਿੰਦਾ ਹੈ? ਉਹਨਾਂ ਨੇ ਨਾਲ ਕਾਨੂੰਨ ਦਾ ਜ਼ਿਕਰ ਕੀਤਾ ਕਿ ਕਾਨੂੰਨੀ ਤੌਰ ਤੇ ਲਾਇਸੈਂਸੀ ਹਥਿਆਰ ਜਿਹੜੇ ਲੈ ਜਾਣ, 1 2 ਜਾਂ 3 ਜਿੰਨੇ ਵੀ ਨੇ, ਤੇ ਨਾਲੇ ਵੀ ਕਿਹਾ ਕਿ ਮਾਡਰਨ ਹਥਿਆਰ ਰੱਖੇ ਜਾਣ। ਹੁਣ ਮਾਡਰਨ ਦਾ ਕੀ ਅਰਥ ਹੈ? ਜਿਹੜਾ ਇੰਡੀਅਨ ਆਰਡੀਨੈਂਸ ਵਾਲੇ ਅਸਲੇ ਨੇ ਉਹਨਾਂ ਵਿੱਚੋਂ ਕਿਹੜੇ ਪ੍ਰੋਹਿਬਿਟਡ ਬੋਰ ਨੇ ਤੇ ਕਿਹੜੇ ਅਲਾਉਡ ਬੋਰ ਨੇ ਜਿਹੜੇ ਆਮ ਵਿਅਕਤੀ ਅਸਲਾ ਧਾਰਕ ਆਪਣੇ ਕੋਲ ਰੱਖ ਸਕਦਾ ਹੈ? ਕੁਲਦੀਪ ਜੀ, ਮਾਫ ਕਰਨਾ, ਮੈਂ ਇੱਥੇ ਤੁਹਾਨੂੰ ਰੋਕਣਾ ਚਾਹੂੰਗੀ। ਇਸ ਵੇਲੇ ਪ੍ਰੋਗਰਾਮ 'ਚ ਵੇਲਾ ਜਿਹੜਾ ਉਹ ਛੋਟੀ ਜਿਹੀ ਬ੍ਰੇਕ ਦਾ ਆ, ਬਹੁਤ ਜਲਦ ਹਾਜ਼ਰ ਹੋ ਕੇ ਇਸੇ ਗੱਲ ਨੂੰ ਕੰਟੀਨਿਊ ਕਰਦੇ ਹਾਂ।
ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਨਾਲ ਜੁੜੇ ਹੋਏ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਗੱਲ ਕਰ ਰਹੇ ਸੀ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ, ਤੇ ਤੁਸੀਂ ਸਾਨੂੰ ਦੱਸ ਰਹੇ ਸੀ ਮਾਡਰਨ ਹਥਿਆਰ ਕਿਹੜੇ ਹੁੰਦੇ ਆ। ਹੁਣ ਮਾਡਰਨ ਹਥਿਆਰ ਜਿਹੜਾ ਉਹਨਾਂ ਨੇ ਕਿਹਾ ਕਿ ਨਵੇਂ ਨਵੀਨਤਮ ਆਧੁਨਿਕ ਹਥਿਆਰ ਜਿਹੜੇ ਨੇ ਉਹ ਰੱਖੇ ਜਾਣ। ਜਿੱਥੇ ਤੱਕ ਆਧੁਨਿਕ ਹਥਿਆਰ ਰੱਖਣ ਦੀ ਗੱਲ ਹੈ, ਉਹਨਾਂ ਨੇ ਐਲੈਬੋਰੇਟ ਨਹੀਂ ਕੀਤਾ, ਉਹਨਾਂ ਨੇ ਵਿਸਥਾਰ ਦੱਸਿਆ ਨਹੀਂ ਕਿ ਕਿਹੜੇ ਹਥਿਆਰਾਂ ਦੀ ਉਹ ਗੱਲ ਕਰ ਰਹੇ ਨੇ। ਤੇ ਗੁਰੂ ਸਾਹਿਬ ਦੇ ਸਮੇਂ ਤੇ ਵੇਲੇ ਤੇ ਜਿਹੜੇ ਮਾਡਰਨ ਹਥਿਆਰ ਸੀ ਗੁਰੂ ਸਾਹਿਬ ਨੇ ਉਸ ਵੇਲੇ ਸਿੰਘਾਂ ਨੂੰ ਸ਼ਾਸਤਰਾਂ ਵਜੋਂ ਦਿੱਤੇ ਨੇ ਤੇ ਵਰਤੇ ਵੀ ਨੇ ਇਹਨਾਂ ਨੇ। ਹੁਣ ਕੀ ਅੱਜ ਦੇ ਜਿਹੜੇ ਮਾਡਰਨ ਹਥਿਆਰ ਨੇ ਜਿਨ੍ਹਾਂ ਦੇ ਵਿੱਚ AK-47 ਹੈ ਜਾਂ ਉਸ ਤੋਂ ਉੱਪਰਲੇ ਵਰਸ਼ਨ ਨੇ, ਜਾਂ ਕੋਈ ਮਸ਼ੀਨ ਗਨ ਹੈ, ਕੋਈ LMG ਹੈ, ਕੋਈ ਇਸ ਤਰ੍ਹਾਂ ਦੇ, ਜਾਂ RPG ਹੈ, ਜਾਂ ਕਿਸੇ ਵੀ ਤਰ੍ਹਾਂ ਦੀ ਅਸਾਲਟ ਰਾਈਫਲਾਂ ਨੇ, ਕੀ ਉਹ ਸਾਨੂੰ ਲਾਇਸੈਂਸ ਦੇ ਤੌਰ ਤੇ ਮਿਲ ਸਕਦੇ ਨੇ? ਆਧੁਨਿਕ ਤਾਂ ਫਿਰ ਉਹ ਹੀ ਨੇ ਜੀ। ਆਧੁਨਿਕ ਦੇ ਵਿੱਚ ਕੀ ਰਹਿ ਜਾਂਦਾ? ਜਿਹੜੇ ਨਹੀਂ ਆਧੁਨਿਕ ਉਹਨਾਂ ਵਿੱਚ ਕੀ ਰਹਿ ਜਾਂਦਾ? ਉਹੀ ਪੁਰਾਣੇ 12 ਬੋਰ ਹੈ ਜਾਂ 32 ਬੋਰ ਹੈ। ਬਹੁਤੀ ਮੈਨੂੰ ਜਾਣਕਾਰੀ ਨਹੀਂ ਹੈ ਕਿਉਂਕਿ ਮੈਂ ਇਹਨਾਂ ਗੱਲਾਂ ਦਾ ਸ਼ੌਕੀਨ ਨਹੀਂ, ਪਰ ਥੋੜ੍ਹੇ ਕੁ ਬੋਰ ਜਿਹੜੇ ਨੇ ਉਹ ਤੁਹਾਨੂੰ ਜਿਹੜੇ ਨੇ ਲਾਇਸੈਂਸ ਧਾਰਕ ਹੋਣ ਦੇ ਨਾਤੇ ਜਿਹੜੇ ਰੱਖਣੇ ਉਹ ਵਰਜਿਤ ਨਹੀਂ, ਬਾਕੀ ਸਾਰੇ ਵਰਜਿਤ ਨੇ। ਅਸਲੇ ਦੀ ਮਿਕਦਾਰ ਵੀ ਜਿਹੜੀ ਹੈ ਉਹ ਜਿਹੜੀ ਨਾਲ ਗੋਲੀ ਸਿੱਕਾ ਹੈ ਉਹ ਵੀ ਕਿਸੇ ਹੱਦ ਤੱਕ ਹੀ ਤੁਹਾਨੂੰ ਰੱਖਣ ਦੀ ਇਜਾਜ਼ਤ ਹੈ, ਉਸ ਤੋਂ ਬਾਅਦ ਤੁਸੀਂ ਰੱਖ ਨਹੀਂ ਸਕਦੇ। ਹੁਣ ਇਸ ਨਾਲ ਸਥਿਤੀ ਕੀ ਉਤਪੰਨ ਹੋਵੇਗੀ? ਪਹਿਲੀ ਤਾਂ ਗੱਲ ਹੈ ਕਿ ਲਾਇਸੈਂਸ ਹਥਿਆਰ ਦਾ ਕੁਝ ਸ਼ਰਤਾਂ ਦੇ ਆਧਾਰ ਤੇ ਦਿੱਤਾ ਜਾਂਦਾ ਹੈ, ਜਿਨ੍ਹਾਂ ਵਿੱਚੋਂ ਸਭ ਤੋਂ ਪ੍ਰਮੁੱਖ ਸ਼ਰਤ ਇਹ ਹੁੰਦੀ ਹੈ ਕਿ ਤੁਸੀਂ ਕਿਸ ਕਾਰਨ ਵਾਸਤੇ ਲੈਣਾ, ਕਿਸ ਕੰਮ ਵਾਸਤੇ ਲੈਣਾ ਹੈ ਅਸਲਾ। ਉਹਨਾਂ ਵਿੱਚੋਂ ਸਭ ਤੋਂ ਪ੍ਰਮੁੱਖ ਜਿਹੜਾ ਕਾਰਨ ਅੱਜ ਤੱਕ ਸਾਹਮਣੇ ਆਇਆ ਉਹ ਰਿਹਾ ਹੈ ਸੈਲਫ ਡਿਫੈਂਸ ਵਾਸਤੇ, ਸਵੈ ਰੱਖਿਆ ਲਈ। ਉਸ ਤੋਂ ਬਾਅਦ ਜਿਹੜੇ ਕੋਈ ਸ਼ੌਕੀਆ ਜਿਹੜੇ ਨਿਸ਼ਾਨੇਬਾਜ਼ੀ ਕਰਦੇ ਨੇ, ਰਾਈਫਲ ਐਸੋਸੀਏਸ਼ਨ ਦੇ ਥਰੂ ਉਹਨਾਂ ਦੀ ਮੈਂਬਰਸ਼ਿਪ ਵਗੈਰਾ ਹੁੰਦੀ ਹੈ, ਅਤੇ ਉਹ ਉਹਨਾਂ ਕੋਲ ਰੱਖਣ ਦੇ ਫਿਰ ਹੋਰ ਸ਼ਰਤਾਂ ਹੁੰਦੀਆਂ ਨੇ। ਉਹ ਆਪਣੇ ਪ੍ਰੋਫੈਸ਼ਨਲਿਜ਼ਮ ਦੇ ਹਿਸਾਬ ਨਾਲ ਹਥਿਆਰ ਜਿਹੜੇ ਨੇ ਰੱਖ ਸਕਦੇ ਨੇ। ਹੁਣ ਹਰ ਸਿੱਖ ਹਥਿਆਰ ਰੱਖੇ, ਇਸ ਨਾਲ ਹੱਲ ਕੀ ਹੋਵੇਗਾ ਸਾਡਾ? ਜਿਵੇਂ ਮੈਂ ਪਹਿਲਾਂ ਦੱਸ ਦਿੱਤਾ ਕਿ ਜਿਹੜੇ ਮਾਡਰਨ ਹਥਿਆਰ ਨੇ, ਜੇ ਵਾਕਿਆ ਮਾਡਰਨ ਜਿਹਨਾਂ ਦੀ ਅਸੀਂ ਗੱਲ ਕਰਨੀ, ਤੇ ਉਹ ਤਾਂ ਫਿਰ ਲਾਇਸੈਂਸ ਧਾਰਕ ਰੱਖ ਨਹੀਂ ਸਕਦਾ, ਅਲਾਊਡ ਹੀ ਨਹੀਂ ਉਹ। ਤੇ ਫਿਰ ਜਥੇਦਾਰ ਸਾਹਿਬ ਕਿਹੜੇ ਹਥਿਆਰਾਂ ਦੀ ਗੱਲ ਕਰ ਰਹੇ ਨੇ ਤੇ ਕਿਹਨੂੰ ਲੈ ਕੇ ਦੇਣੇ ਨੇ? ਲਾਇਸੈਂਸ ਲੈਣ ਵਾਸਤੇ ਅਗਲੀਆਂ ਜਿਹੜੀਆਂ ਸ਼ਰਤਾਂ ਨੇ ਉਹਨਾਂ ਵਿੱਚ ਬਹੁਤ ਸਾਰੀਆਂ ਬਰੀਕ, ਜਿਹੜਾ ਜਿਹਨੇ ਅਪਲਾਈ ਕੀਤਾ ਹੋਵੇ ਉਹਦੇ ਦਿਮਾਗੀ ਸੰਤੁਲਨ, ਸਰੀਰਕ ਯੋਗਤਾ, ਸਭ ਕੁਝ ਜਿਹੜਾ ਤੇ ਉਸਦੀ ਬੈਕਗਰਾਊਂਡ ਨੂੰ ਪਰਖ ਕੇ ਜਿਹੜਾ ਹੈ ਉਹ ਫਿਰ ਹਥਿਆਰ ਲਾਇਸੈਂਸ ਜਿਹੜੇ ਨੇ ਉਹ ਜਾਰੀ ਕੀਤੇ ਜਾਂਦੇ ਨੇ। ਪਰ ਇਸ ਨਾਲ ਕਰਨਾ ਕੀ ਹੈ ਅਸੀਂ? ਕਿ ਸਾਨੂੰ ਕੋਈ ਇਤਿਹਾਸ ਨੂੰ ਨਵਾਂ ਮੋੜ ਦੇਣ ਦੇ ਵਿੱਚ ਸਹਾਈ ਹੋਣਗੇ? ਇੱਕ ਹੋਰ ਗੱਲ ਕਿ ਸਾਡੇ ਭਾਰਤ ਦੇ ਵਿੱਚ ਸਾਲ ਦੇ ਵਿੱਚੋਂ ਮੇਰਾ ਖਿਆਲ ਹੈ ਕਿ 2-3 ਮਹੀਨੇ ਤੇ ਹਰ ਸਾਲ ਇਸੇ ਕੰਮ 'ਚ ਲੰਘ ਜਾਂਦੇ ਨੇ ਕਿ ਨਿਗਮ ਦੀਆਂ ਚੋਣਾਂ ਆ ਗਈਆਂ, ਪੰਚਾਇਤਾਂ ਦੀਆਂ ਆ ਗਈਆਂ, ਵਿਧਾਨ ਸਭਾ ਆ ਗਈ, ਲੋਕ ਸਭਾ ਆ ਗਈ, ਫਲਾਨੀ ਆ ਗਈ, ਚੋਣ ਆ ਗਈ। ਚੋਣਾਂ ਦੇ ਦਰਮਿਆਨ ਹਥਿਆਰ ਜਿਹੜੇ ਨੇ ਸਾਰੇ ਜਮ੍ਹਾਂ ਕਰਵਾ ਲਏ ਜਾਂਦੇ ਨੇ, ਤੇ ਫਿਰ ਉਹਨਾਂ ਹਥਿਆਰਾਂ ਦਾ ਅਰਥ ਕੀ ਰਹਿ ਜਾਵੇਗਾ ਜਦੋਂ ਸਾਰੇ ਜਮ੍ਹਾਂ ਹੋਣਗੇ, ਜੇ ਲਾਇਸੈਂਸੀ ਹਥਿਆਰਾਂ ਦੀ ਅਸੀਂ ਗੱਲ ਕਰਦੇ ਹਾਂ। ਅਗਲੀ ਗੱਲ, ਬਹੁਤ ਸਾਰੀ ਜਗ੍ਹਾ 'ਤੇ ਤੁਸੀਂ ਜਾਂਦੇ ਹੋ, ਸਰਕਾਰੀ ਦਫ਼ਤਰ ਵੀ ਨੇ, ਹਸਪਤਾਲ ਵੀ ਨੇ, ਹੋਰ ਬਹੁਤ ਸਾਰੀਆਂ ਇਹੋ ਜਿਹੀਆਂ ਜਗ੍ਹਾ ਜਿੱਥੇ ਬਾਹਰ ਮੋਟਾ ਕਰਕੇ ਲਿਖਿਆ ਹੁੰਦਾ ਕਿ ਅਸਲਾ ਲੈ ਕੇ ਇੱਥੇ ਆਉਣਾ ਮਨ੍ਹਾ ਹੈ। ਫਿਰ ਕੀ ਅਹਿਮੀਅਤ ਰਹਿ ਜਾਵੇਗੀ ਉਸ ਦੀ? ਫਿਰ ਅਸੀਂ ਕਿਤੇ ਉਹਦੇ ਨਾਲ ਸ਼ਿਕਾਰ ਕਰਨਾ ਹੈ ਅਸੀਂ ਉਹਨਾਂ ਹਥਿਆਰਾਂ ਨਾਲ? ਖੈਰ, ਇਹ ਧਾਰਮਿਕ ਤੌਰ 'ਤੇ ਉਹਨਾਂ ਦਾ ਦਿੱਤਾ ਹੋਇਆ ਬਿਆਨ ਹੈ। ਜੇ ਜਥੇਦਾਰ ਸਾਹਿਬ ਨੇ ਇਹ ਗੱਲ ਵੀ ਕਿਤੇ ਕਹੀ ਸੀ ਕਿ ਅਕਾਲੀ ਦਲ ਦਾ ਇਸ ਤਰ੍ਹਾਂ ਬੁਰੀ ਤਰ੍ਹਾਂ ਹਾਰਨਾ ਜਿਹੜਾ ਹੈ ਉਹ ਬਹੁਤ ਮਾੜੀ ਗੱਲ ਹੈ ਪੰਜਾਬ ਲਈ ਅਤੇ ਸਿੱਖਾਂ ਲਈ, ਤਾਂ ਫਿਰ ਮੇਰਾ ਖਿਆਲ ਹੈ ਕਿ ਉਹ ਉਹਨਾਂ ਨੂੰ, ਸੁਖਬੀਰ ਸਿੰਘ ਬਾਦਲ ਨੂੰ ਪੁੱਛ ਲੈਣਾ ਚਾਹੀਦਾ ਹੈ। ਤਕਰੀਬਨ 20 ਸਾਲਾਂ ਦੇ ਵਿੱਚੋਂ 15 ਸਾਲ ਰਾਜ ਕੀਤਾ ਹੈ, ਉਹਨੇ ਸਮੇਂ ਦੇ ਵਿੱਚ ਤੁਸੀਂ ਕਿੰਨੇ ਸਿੱਖਾਂ ਨੂੰ ਜਿਹੜੇ ਸੀ ਲਾਇਸੈਂਸ ਦਿੱਤੇ ਹਥਿਆਰਾਂ ਦੇ? ਤੇ ਜਿਨ੍ਹਾਂ ਨੂੰ ਨਹੀਂ ਦਿੱਤੇ ਕਿ ਉਹ ਗੈਰ ਸਿੱਖ ਸਨ? ਅੱਜ ਸਾਰੇ ਸਿੱਖ ਹਥਿਆਰ ਲੈਣ ਲਈ ਅਪਲਾਈ ਕਰ ਦੇਣ, ਜਿਹੜੇ ਦੂਸਰੇ ਭਾਈਚਾਰੇ ਨੇ ਪੰਜਾਬ ਦੇ ਵਿੱਚ ਜਾਂ ਕਿਤੇ ਵੀ, ਉਹਨਾਂ ਦੀ ਕੀ ਸਥਿਤੀ ਹੋਵੇਗੀ? ਖੈਰ, ਉਹਨਾਂ ਵਿੱਚੋਂ ਇੱਕ ਰਾਸ਼ਟਰੀ ਹਿੰਦੂ ਇੱਕ ਸੰਸਥਾ ਹੈ, ਉਹਨਾਂ ਦੇ ਪ੍ਰਧਾਨ ਨੇ ਕਹਿ ਦਿੱਤਾ ਹੈ ਕਿ ਇਹ ਜਥੇਦਾਰ ਸਾਹਿਬ ਨੇ ਸਿੱਖ ਧਰਮ ਦੇ ਹਿਸਾਬ ਨਾਲ ਗੱਲ ਕੀਤੀ, ਉਹਨਾਂ ਨੂੰ ਕਹਿਣ ਦਾ ਹੱਕ ਹੈ, ਅਤੇ ਅਸੀਂ ਕਹਿੰਦੇ ਸਾਰੇ ਹਿੰਦੂਆਂ ਕੋਲ ਵੀ ਹਥਿਆਰ ਹੋਣੇ ਚਾਹੀਦੇ ਨੇ। ਇਹ ਅਰਾਜਕਤਾ ਵਾਲਾ ਮਾਹੌਲ ਪੈਦਾ ਕਰਨ ਦੀ ਕੀ ਲੋੜ ਹੈ ਸਾਨੂੰ? ਕੀ ਸਵਾਰਨਗੇ ਸਾਡਾ ਇਹ ਹਥਿਆਰ ਛੋਟੇ ਮੋਟੇ, ਜਿਨ੍ਹਾਂ ਨੂੰ ਜਥੇਦਾਰ ਸਾਹਿਬ ਜਿਹੜੇ ਨੇ ਮਾਡਰਨ ਹਥਿਆਰ ਕਹਿੰਦੇ ਨੇ? ਇੱਕ ਗੱਲ ਹੋਰ ਕਿ ਕੀ ਉਹਨਾਂ ਦਾ ਇਹ ਆਦੇਸ਼ ਜਿਹੜਾ ਹੈ ਜਾਂ ਸਲਾਹ ਹੈ ਜਿਹੜੀ ਉਹ ਪੰਜਾਬ ਦੇ ਸਿੱਖਾਂ ਵਾਸਤੇ ਸੀਮਿਤ ਹੈ ਜਾਂ ਭਾਰਤ ਦੇ ਸਿੱਖਾਂ ਵਾਸਤੇ ਹੈ, ਤੇ ਜਾਂ ਫਿਰ ਦੁਨੀਆ ਦੇ ਉਹ ਵੱਡੇ ਵੱਡੇ ਮੁਲਕ ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰਾ ਰਹਿੰਦਾ ਹੈ
ਉਹਨਾਂ ਵਾਸਤੇ ਵੀ ਹੈ, ਜਾਂ ਜਿਹੜੇ ਪਾਕਿਸਤਾਨ ਵਿੱਚ ਸਿੱਖ ਨੇ ਉਹਨਾਂ ਵਾਸਤੇ ਵੀ ਹੈ। ਇਸ ਗੱਲ ਬਾਰੇ ਉਹਨਾਂ ਨੇ ਕੋਈ ਚਾਨਣਾ ਨਹੀਂ ਪਾਇਆ। ਮੈਂ ਸਮਝਦਾ ਕਿ ਇਸ ਤਰ੍ਹਾਂ ਦਾ ਗੈਰ ਜ਼ਿੰਮੇਵਾਰਾਨਾ ਬਿਆਨ ਜਿਹੜਾ ਉਹਨਾਂ ਨੂੰ ਦੇਣਾ ਨਹੀਂ ਚਾਹੀਦਾ। ਇਸ ਮੌਕੇ 'ਤੇ ਖਾਸ ਤੌਰ 'ਤੇ ਜਦੋਂ ਇਹੋ ਜਿਹੇ ਹਾਲਾਤ ਬਣੇ ਹੋਏ ਹੋਣ ਤਾਂ ਉਹਨਾਂ ਨੇ ਕਿਹਾ ਤਾਂ ਇਹੋ ਹੀ ਹੈ ਕਿ ਦੇਖੋ, 6ਵੀਂ ਪਾਤਸ਼ਾਹੀ ਦਾ ਹਵਾਲਾ ਦੇ ਕੇ ਕਿ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਿੱਖ ਜਿਹੜੇ ਆ ਉਹ ਉਹਨਾਂ ਨੇ ਜ਼ੁਲਮ ਦਾ ਹਮੇਸ਼ਾ ਟਾਕਰਾ ਕੀਤਾ। ਗੱਲ ਇਹ ਹੈ ਕਿ ਅਜੇ ਚਰਚਾਵਾਂ ਚੱਲ ਰਹੀਆਂ ਨੇ, ਅਕਾਲੀ ਦਲ ਦੇ ਨਾਲ ਉਹਨਾਂ ਦੀ ਪੱਕੀ ਸਾਂਝ ਹੈ ਅਤੇ ਅਕਾਲੀ ਦਲ ਦੀ ਭਾਜਪਾ ਨਾਲ ਸਾਂਝ ਜਿਹੜੀ ਹੈ ਉਹ ਦੁਬਾਰਾ ਪੈਂਦੀ ਜਾਪ ਰਹੀ ਹੈ। ਅਤੇ ਜ਼ਾਹਿਰਾ ਤੌਰ 'ਤੇ ਫਿਰ ਮੋਦੀ ਸਾਹਿਬ ਨੂੰ ਅਪੀਲ ਕਰਨ ਉਹ ਕਿ ਦਿਓ ਭਾਈ ਸਾਰੇ ਸਿੱਖਾਂ ਨੂੰ ਹਥਿਆਰ, ਇਹਨਾਂ ਨੂੰ ਲੋੜ ਹੈ। ਅਤੇ ਆਧੁਨਿਕ ਹਥਿਆਰ ਜਿਹੜੇ ਨੇ ਮਾਡਰਨ, ਉਹਨਾਂ ਦੇ ਲਾਇਸੈਂਸ ਦਿਓ ਜਿਨ੍ਹਾਂ ਵਿੱਚ ਵੱਡੇ ਵੱਡੇ ਹਥਿਆਰ ਆਉਂਦੇ ਨੇ। ਕੀ ਜਥੇਦਾਰ ਸਾਹਿਬ ਕੋਲ ਅੰਕੜੇ ਹਨ? ਉਹ ਦੱਸ ਸਕਦੇ ਨੇ ਕਿ ਜਿਨ੍ਹਾਂ ਮੁਲਕਾਂ ਦੇ ਵਿੱਚ ਸਿਵਲੀਅਨ ਲੋਕਾਂ ਕੋਲ ਇੰਨੀ ਵੱਡੀ ਗਿਣਤੀ ਵਿੱਚ ਹਥਿਆਰ ਸੀ, ਉੱਥੇ ਅਮਨ ਕਾਨੂੰਨ ਦੀ ਸਥਿਤੀ ਕਿਹੋ ਜਿਹੀ ਆ? ਕੀ ਹਰ ਇੱਕ ਵਿਅਕਤੀ ਦਾ ਹਥਿਆਰ ਰੱਖਣ ਦਾ ਜਿਹੜਾ ਸਿਸਟਮ ਹੈ ਇੱਕੋ ਜਿਹਾ ਹੁੰਦਾ ਹੈ? ਕਿਸੇ ਦਾ ਬਲੱਡ ਪ੍ਰੈਸ਼ਰ ਕਿਸੇ ਲੈਵਲ ਦਾ ਹੈ, ਕਿਸੇ ਦਾ ਪਲਸ ਰੇਟ ਕਿਸੇ ਲੈਵਲ ਦਾ ਹੈ। ਕੋਈ ਵਿਅਕਤੀ ਗੁੱਸੇ ਨੂੰ ਕਿਸੇ ਤਰੀਕੇ ਨਾਲ ਜਿਹੜਾ ਰਿਐਕਟ ਕਰਦਾ ਹੈ, ਕੋਈ ਕਿਸੇ ਤਰੀਕੇ ਨਾਲ ਰਿਐਕਟ ਕਰਦਾ ਹੈ। ਇਹ ਹਰ ਇੱਕ ਦੀ ਜੇਬ ਦੇ ਵਿੱਚ ਹਥਿਆਰ ਹੋਵੇਗਾ ਤੇ ਫਿਰ ਇਹ ਕਿਹੜਾ ਮਾਹੌਲ ਅਸੀਂ ਸਿਰਜ ਰਹੇ ਹਾਂ? ਜਥੇਦਾਰ ਸਾਹਿਬ ਨੇ ਕੀ ਇਸ ਤਰ੍ਹਾਂ ਦਾ ਵਿਖਿਆਨ ਕੀਤਾ ਕਦੇ ਕਿ ਸਾਡਾ ਜਿਹੜਾ ਯੂਥ ਬਾਹਰ ਨੂੰ ਭੱਜਦਾ ਜਾ ਰਿਹਾ ਤੇ ਉਹਨਾਂ ਵਾਸਤੇ ਇੰਨੇ ਸਕੂਲ ਕਾਲਜਸ ਜਾਂ ਰੋਜ਼ਗਾਰ ਦੇ ਮੌਕੇ ਜਿਹੜੇ ਨੇ ਪੈਦਾ ਕੀਤੇ ਜਾਣ? ਅੱਜ ਕਿਸਾਨੀ ਜਿਹੜੀ ਹੈ, ਜਿਸ ਵਿੱਚ ਸਿੱਖ ਭਾਈਚਾਰਾ ਬਹੁਤਾ ਕਿਸਾਨੀ ਦੇ ਵਿੱਚ ਹੈ, ਉਹ ਕਿਸਾਨੀ ਜਿਹੜੀ ਹੈ ਉਹ ਬਰਬਾਦ ਹੋਣ ਦੇ ਕੰਢੇ ਤੇ ਪਹੁੰਚੀ ਹੋਈ ਹੈ। ਪੰਜਾਬ ਦਾ ਪਾਣੀ ਖੁੱਸਦਾ ਜਾ ਰਿਹਾ ਹੈ, ਪੰਜਾਬ ਦੀ ਨੌਜਵਾਨੀ ਨਸ਼ਿਆਂ ਦੇ ਰਾਹ ਪਈ ਹੋਈ ਹੈ, ਤੇ ਹਥਿਆਰ ਕੀ ਕਰਨੇ ਨੇ ਅਸੀਂ? ਮੈਨੂੰ ਉਹਨਾਂ ਦੀ ਰਮਜ਼ ਸਮਝ ਨਹੀਂ ਆਈ। ਜੇ ਜਿਹੜਾ ਵਿਸਤਾਰ ਖੁਦ ਕਰ ਦੇਣ ਆਉਣ ਵਾਲੇ ਦਿਨਾਂ ਵਿੱਚ ਤੇ ਜ਼ਿਆਦਾ ਵਧੀਆ ਹੋਵੇਗਾ। ਜੀ, ਵੱਖਰੀ ਜੀ ਤਰ੍ਹਾਂ ਦੇ ਸਿਆਸਤਦਾਨ ਨਵਜੋਤ ਸਿੰਘ ਸਿੱਧੂ ਦੀ ਗੱਲ ਕਰਦੇ ਹਾਂ। ਜੇਲ੍ਹ 'ਚ ਬੰਦ ਨੇ, ਲਗਾਤਾਰ ਸੁਰਖੀਆਂ 'ਚ ਨੇ। ਪਹਿਲਾਂ ਉਹ ਕਹਿੰਦੇ ਸੀ ਕਿ 1 ਹਫ਼ਤੇ ਦਾ ਸਮਾਂ ਚਾਹੀਦਾ। CGI ਨੇ ਕਿਹਾ ਮੈਂ ਅੱਜ ਕਿਸੇ ਐਪਲੀਕੇਸ਼ਨ 'ਤੇ ਸੁਣਵਾਈ ਨਹੀਂ ਕਰਨੀ। ਉਸ ਤੋਂ ਬਾਅਦ ਖਬਰਾਂ ਆ ਗਈਆਂ ਕਿ ਉਹਨਾਂ ਦੀ ਬੈਰਕ ਦੇ ਵਿੱਚ ਕੋਈ ਨਸ਼ਾ ਤਸਕਰ ਬੰਦ ਹੈ। ਉਸ ਤੋਂ ਬਾਅਦ ਹੁਣ ਖਬਰਾਂ ਆ ਗਈਆਂ ਨੇ ਕਿ ਉਹ ਹਸਪਤਾਲ ਦਾਖਲ ਨੇ। ਕੀ ਸਮੱਸਿਆ ਆਣ ਪਈ ਹੈ ਜੀ ਉਹਨਾਂ 'ਤੇ? ਨਵਜੋਤ ਸਿੰਘ ਸਿੱਧੂ ਦੀ ਸਿਹਤ ਬਹੁਤੀ ਵਧੀਆ ਨਹੀਂ ਹੈ। ਉਹਨਾਂ ਦਾ ਜਿਵੇਂ ਇੰਗਲਿਸ਼ 'ਚ ਕਹਿੰਦੇ ਨੇ ਕਿ ਹੈਕਟਿਕ ਸ਼ੈਡਿਊਲ ਉਹਨਾਂ ਦਾ ਰਿਹਾ ਬਹੁਤ ਜ਼ਿਆਦਾ, ਖਾਸ ਤੌਰ 'ਤੇ ਜਦੋਂ ਤੋਂ ਰਿਟਾਇਰ ਹੋਏ ਨੇ। ਅਤੇ ਇੱਕ ਤੋਂ ਬਾਅਦ ਉਹਨਾਂ ਨੂੰ ਪਹਿਲਾਂ ਵੀ ਜਿਹੜੀ ਸੀ ਸਿਹਤ ਦੀਆਂ ਸਮੱਸਿਆਵਾਂ ਆਈਆਂ, ਜਿਸ ਵਿੱਚ ਡਾਕਟਰਾਂ ਨੇ ਉਹਨਾਂ ਨੂੰ ਕਦੇ ਕਿਹਾ ਸੀ ਕਿ ਤੁਸੀਂ ਜਰਾ ਆਪਣੀ ਰਫ਼ਤਾਰ ਅਤੇ ਆਪਣੇ ਰੁਝੇਵੇਂ ਜਿਹੜੇ ਨੇ ਉਹਨਾਂ ਨੂੰ ਘੱਟ ਕਰੋ। ਜੀ ਖੈਰ, ਉਹ ਜਦੋਂ ਫਿਰ ਸਪੀਡ ਫੜਦੇ ਨੇ ਫਿਰ ਖੂਬ ਸਪੀਡ ਫੜ ਲੈਂਦੇ ਨੇ ਅਤੇ ਫਿਰ ਲਗਾਤਾਰ ਟਵੀਟ ਅਤੇ ਰੈਲੀਆਂ ਅਤੇ ਸ਼ੋਅ ਅਤੇ ਪ੍ਰਦਰਸ਼ਨ ਪਤਾ ਨਹੀਂ ਕੀ ਕਰਦੇ ਰਹਿੰਦੇ ਨੇ। ਅਤੇ ਫਿਰ ਜਦੋਂ ਚੁੱਪ ਕਰਦੇ ਨੇ ਫਿਰ 6-6 ਮਹੀਨੇ ਬੋਲਦੇ ਵੀ ਨਹੀਂ। ਖੈਰ, ਉਹਨਾਂ ਵਾਸਤੇ ਇਹ ਹੁਣ ਥੋੜ੍ਹਾ ਜਿਹਾ ਟਿਕ ਕੇ ਬੈਠਣ ਦਾ ਸਮਾਂ ਹੈ। ਜੇਲ੍ਹ ਦੇ ਵਿੱਚੋਂ ਕਈ ਤਰ੍ਹਾਂ ਦੀਆਂ ਖਬਰਾਂ ਉਹਨਾਂ ਦੇ ਬਾਰੇ ਆਈਆਂ। ਇੱਕ ਤੇ ਬਿਕਰਮ ਸਿੰਘ ਮਜੀਠੀਆ ਵੀ ਉੱਥੇ ਨੇ, ਉਹ ਹਵਾਲਾਤੀ ਨੇ, ਇਹ ਕੈਦੀ ਨੇ। ਇੱਕ ਤਾਂ ਹੈ ਕਿ ਕੋਈ ਖਾਸ ਕੈਦੀ ਨੰਬਰ ਨਹੀਂ ਹੈ, ਜਿਹੜਾ ਇਹਨਾਂ ਦਾ ਕੇਸ ਨੰਬਰ ਹੈ ਉਹੀ ਤਕਰੀਬਨ ਇਹਨਾਂ ਨੂੰ ਅਲਾਟ ਕੀਤਾ ਗਿਆ। ਬੈਰਕ ਦੇ ਵਿੱਚ ਆਮ ਤੌਰ 'ਤੇ 10 ਕੁ ਵਿਅਕਤੀ ਦੱਸਿਆ ਜਾਂਦਾ ਹੁੰਦੇ ਨੇ, ਅਤੇ ਪਰ ਇਹਨਾਂ ਦੇ ਜੇਲ੍ਹ ਦੇ ਅਧਿਕਾਰੀਆਂ ਮੁਤਾਬਕ ਇਹਨਾਂ ਦੀ ਬੈਰਕ ਦੇ ਵਿੱਚ 4 ਜਾਂ 5 ਚੋਣਵੇਂ ਹੀ ਬੰਦੇ ਨੇ। ਕੰਮ ਉਹਨਾਂ ਤੋਂ ਲਿਆ ਜਾਣਾ ਅਤੇ ਦੱਸਿਆ ਜਾਂਦਾ ਕਿ ਉਹਨਾਂ ਨੂੰ ਯੋਗਤਾ ਦੇ ਹਿਸਾਬ ਨਾਲ ਉਹਨਾਂ ਤੋਂ ਕੋਈ ਮੁਨਸ਼ੀ ਵਗੈਰਾ ਜਾਂ ਕਲਰਕ ਵਗੈਰਾ ਦਾ ਕੋਈ ਕੰਮ ਲਿਆ ਜਾ ਸਕਦਾ, ਪਰ ਸਖਤ ਸਜ਼ਾ ਜਿਹੜੀ ਆ ਉਹਨਾਂ ਨੂੰ ਐਲਾਨੀ ਗਈ ਹੈ, ਜਿਸ ਦੇ ਤਹਿਤ ਉਹਨਾਂ ਨੂੰ ਕੋਈ ਸਰੀਰਕ ਤੌਰ 'ਤੇ ਵੀ ਜਿਹੜਾ ਕੰਮ ਕਰਨ ਲਈ ਆਖਿਆ ਜਾ ਸਕਦਾ ਹੈ। ਕਈ ਤਰ੍ਹਾਂ ਦੀਆਂ ਗੱਲਾਂ ਆਈਆਂ। ਇਹ ਵੀ ਆਇਆ ਸੀ ਕਿ ਉਹਨਾਂ ਦੀ ਬੈਰਕ ਦੇ ਵਿੱਚ ਇੱਕ ਸਾਬਕਾ ਪੁਲਿਸ ਅਧਿਕਾਰੀ ਹੈ, ਜਿਸ 'ਤੇ ਕਈ ਸਾਰੇ ਕੇਸ ਦਰਜ ਨੇ ਅਤੇ ਨਸ਼ਿਆਂ ਦੇ ਖਿਲਾਫ ਨਵਜੋਤ ਸਿੰਘ ਸਿੱਧੂ ਖੁੱਲ੍ਹ ਕੇ ਬੋਲਦੇ ਰਹੇ ਨੇ, ਅਤੇ ਉਹ ਨਸ਼ਾ ਤਸਕਰਾਂ ਨਾਲ ਸੰਬੰਧੇ ਦੋਸ਼ਾਂ ਦੇ ਤਹਿਤ ਜੇਲ੍ਹ ਦੇ ਵਿੱਚ ਬੰਦ ਹੈ। ਖੈਰ, ਉਸ ਨੂੰ ਜੇਲ੍ਹ ਦੇ ਅਧਿਕਾਰੀਆਂ ਨੇ ਡਿਨਾਈ ਕੀਤਾ। ਉਹਨਾਂ ਨੇ ਕਿਹਾ ਕਿ ਬਿਲਕੁਲ ਇਹੋ ਜਿਹੀ ਕੋਈ ਗੱਲ ਨਹੀਂ ਹੈ, ਸਿੱਧੂ ਬਿਲਕੁਲ ਸੇਫ ਨੇ ਅਤੇ ਉਹਨਾਂ ਦੀ ਬੈਰਕ ਦੇ ਵਿੱਚ ਕੋਈ ਇਹੋ ਜਿਹਾ ਵਿਅਕਤੀ ਨਹੀਂ ਹੈ। ਇਹ ਵੀ ਖਬਰਾਂ ਆ ਰਹੀਆਂ ਨੇ ਕਿ ਪਰੇਸ਼ਾਨ ਉਹ ਜ਼ਰੂਰ ਨੇ, ਸਵੇਰ ਦੀ ਸੈਰ ਵੀ ਕਰਦੇ ਨੇ, ਪਰ ਸ਼ੇਰੋ ਸ਼ਾਇਰੀ ਵੀ ਉੱਥੇ ਕੈਦੀਆਂ ਨੂੰ ਸੁਣਾ ਰਹੇ ਨੇ। ਹੁਣ ਉਹਨਾਂ ਨੂੰ ਜੇਲ੍ਹ ਦੀ ਰੋਟੀ ਜਿਹੜੀ ਹੈ ਉਹ ਹਜ਼ਮ ਨਹੀਂ ਹੋ ਰਹੀ। ਦੱਸਿਆ ਜਾਂਦਾ ਕਿ ਕਣਕ ਤੋਂ ਐਲਰਜੀ ਹੈ ਉਹਨਾਂ ਨੂੰ। ਕਣਕ ਤੋਂ ਐਲਰਜੀ ਹੋਣ ਕਰਕੇ ਉਹਨਾਂ ਨੂੰ ਗਲੂਟਨ ਫਰੀ ਡਾਇਟ ਜਿਹੜੀ ਹੈ ਮੇਰੇ ਖਿਆਲ ਉਹ ਦਿੱਤੀ ਜਾਵੇਗੀ। ਉਹਨਾਂ ਨੂੰ ਲਿਵਰ ਦੀ ਵੀ ਸਮੱਸਿਆ ਹੈ, ਖੂਨ ਗਾੜਾ ਹੈ। ਉਹ ਆਪਣੇ ਆਪ ਦੇ ਵਿੱਚ ਕੁਛ ਮੈਡੀਕਲ ਦੇ ਹਿਸਾਬ ਨਾਲ ਇਹੋ ਜਿਹੀ ਕੋਈ ਗੁੰਝਲਦਾਰ ਸਥਿਤੀ ਹੈ, ਜਿਸ ਦੇ ਕਰਕੇ ਉਹਨਾਂ ਨੂੰ ਅੱਜ ਰਜਿੰਦਰਾ ਹਸਪਤਾਲ ਦੇ ਵਿੱਚ ਪਟਿਆਲੇ ਉਹਨਾਂ ਨੂੰ ਜਿਹੜਾ ਮੁਆਇਨੇ ਲਈ ਲਿਆਂਦਾ ਗਿਆ। ਉਹ ਵੀ ਫੋਟੋਆਂ ਮੀਡੀਆ ਵਿੱਚ ਸਾਹਮਣੇ ਆਈਆਂ ਨੇ, ਪਰ ਮੁਆਇਨੇ ਤੋਂ ਬਾਅਦ ਉਹਨਾਂ ਨੂੰ ਫਿਰ ਦੁਬਾਰਾ ਅਦਾਲਤ ਦੇ ਜ਼ਰੀਏ ਡਾਈਟ ਪਲਾਨ ਜਿਹੜੀ ਉਹਨਾਂ ਦੀ ਬਣੇਗੀ, ਤਾਂ ਕਿ ਉਹਨਾਂ ਦੀ ਸਿਹਤ ਠੀਕ ਠਾਕ ਰਹੇ, ਉਹਨਾਂ ਨੂੰ ਕੋਈ ਮੁਸ਼ਕਿਲ ਨਾ ਪੇਸ਼ ਆਵੇ। ਨਵਜੋਤ ਸਿੰਘ ਸਿੱਧੂ ਅਜੇ ਸੈਟਲ ਹੋ ਰਹੇ ਨੇ। ਉਹਨਾਂ ਨੂੰ ਜਿਵੇਂ ਪਹਿਲਾਂ ਦੱਸਿਆ ਸੀ ਕਿ ਸਾਲ ਸ਼ਾਇਦ ਨਾ ਉਹਨਾਂ ਨੂੰ ਅੰਦਰ ਰਹਿਣਾ ਪਵੇ, ਪਰ ਉਹਨਾਂ ਨੇ ਰਿਵਿਊ ਪਟੀਸ਼ਨ ਸ਼ਾਇਦ ਪਾਉਣ ਜਾਂ ਨਾ ਪਾਉਣ, ਪਰ ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਹੁਣ ਮਨ ਬਣਾ ਲਿਆ ਕਿ ਮੈਂ ਇਹ ਭੁਗਤ ਲੈਣਾ ਹੈ ਇਸ ਸਜ਼ਾ ਨੂੰ, ਅਤੇ 8 ਕੁ ਮਹੀਨੇ ਜਿਹੜਾ ਉਹਨਾਂ ਨੂੰ ਅੰਦਰ ਰਹਿਣਾ ਪੈ ਸਕਦਾ ਹੈ, ਜਿਸ ਦੇ ਤਹਿਤ ਉਹਨਾਂ ਨੂੰ ਕੁਝ ਖਾਸ ਰਿਆਇਤਾਂ
ਜੇਲ੍ਹ ਸੁਪਰਡੈਂਟ ਵੱਲੋਂ, ਸਰਕਾਰ ਵੱਲੋਂ ਤੇ ਕੁਝ ਹੋਰ ਗਰਾਊਂਡਸ ਦੇ ਆਧਾਰ ਤੇ ਜਿਹੜੀ ਇਹ ਮਹੀਨੇ ਕੁ ਦੀ ਤਾਂ ਵੈਸੇ ਘੱਟ ਕਹਿੰਦੇ ਹੋ ਹੀ ਜਾਂਦੀ ਹੈ, ਸੌਖੀ ਹੋ ਜਾਂਦੀ ਹੈ, ਤੇ ਕੁਝ ਹੋਰ 3 ਕੁ ਮਹੀਨੇ ਜਾਂ 4 ਮਹੀਨੇ ਘੱਟ ਜਿਹੜੇ ਨੇ ਕੁੱਲ ਮਿਲਾ ਕੇ ਉਹਨਾਂ ਦੇ ਹੋ ਸਕਦੇ ਨੇ। 8 ਕੁ ਮਹੀਨੇ ਉਹਨਾਂ ਨੂੰ ਅੰਦਰ ਰਹਿਣਾ ਪਏਗਾ। ਆਉਂਦੀਆਂ ਗਰਮੀਆਂ ਤੱਕ, ਸ਼ੁਰੂ ਹੋਣ ਤੱਕ ਮੈਨੂੰ ਲੱਗਦਾ ਕਿ ਉਹ ਜੇਲ੍ਹ ਤੋਂ ਬਾਹਰ ਆ ਜਾਣਗੇ ਨਵਜੋਤ ਸਿੰਘ ਸਿੱਧੂ। ਪਰ ਮਜੀਠੀਆ ਨਾਲ ਉਹਨਾਂ ਦੀ ਮੁਲਾਕਾਤ ਹੋਈ ਜਾਂ ਨਹੀਂ ਹੋਈ, ਇਸ ਬਾਰੇ ਅਜੇ ਕੁਝ ਨਹੀਂ ਪਤਾ। ਜੀ, ਮੁੱਦਿਆਂ ਤੇ ਚਰਚਾ ਇਸੇ ਤਰ੍ਹਾਂ ਜਾਰੀ ਰਹੇਗੀ, ਪਰ ਇਸ ਵੇਲੇ ਵੇਲਾ ਇੱਕ ਛੋਟੀ ਜਿਹੀ ਬ੍ਰੇਕ ਦਾ ਹੋ ਚੁੱਕਾ ਹੈ। ਬਹੁਤ ਜਲਦ ਹਾਜ਼ਰ ਹੁੰਨੇ ਆ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਗੱਲ ਕਰ ਰਹੇ ਹਾਂ ਪਟਿਆਲਾ ਜੇਲ੍ਹ ਦੀ। ਬੰਦਾ ਉੱਥੇ ਇੱਕ ਹੋਰ ਵੀ ਬੰਦ ਹੈ। ਮਾਝੇ ਦਾ ਜਰਨੈਲ ਕਹਿੰਦਾ ਆਪਣੇ ਆਪ ਨੂੰ ਬਾਹਰ ਨਿਕਲਣ ਲਈ ਤਰਲੋ ਮੱਛੀ ਹੈ। ਕੁਲਦੀਪ ਜੀ, ਅੱਜ ਫਿਰ ਬਿਕਰਮ ਸਿੰਘ ਮਜੀਠੀਆ ਹਾਈ ਕੋਰਟ ਗਿਆ ਤੇ ਅਦਾਲਤ ਨੇ ਬਹੁਤੀ ਸੁਣੀ ਮੰਨੀ ਨਹੀਂ। ਕੀ ਕਹਿੰਦੀ ਹੈ ਜੀ ਅਦਾਲਤ? ਅਸਲ ਵਿੱਚ ਸੁਪਰੀਮ ਕੋਰਟ ਤੇ ਹੀ ਪਹੁੰਚੇ ਹੋਏ ਨੇ ਦੋਵੇਂ ਸ਼ਖਸ। ਸੁਪਰੀਮ ਕੋਰਟ ਦੇ ਵਿੱਚ ਜ਼ਮਾਨਤ ਦੀ ਅਰਜ਼ੀ ਜਿਹੜੀ ਬਿਕਰਮ ਸਿੰਘ ਮਜੀਠੀਆ ਨੇ ਪਾਈ ਹੋਈ ਸੀ, ਸੁਪਰੀਮ ਕੋਰਟ ਨੇ ਆਖ ਦਿੱਤਾ ਹੈ ਕਿ ਤੁਸੀਂ ਇਹ ਅਰਜ਼ੀ ਜਿਹੜੀ ਹੈ ਇਹ ਤੁਸੀਂ ਹਾਈ ਕੋਰਟ ਦੇ ਵਿੱਚ ਦਾਖਲ ਕਰੋ ਜੀ। ਹਾਈ ਕੋਰਟ ਦੇ ਵਿੱਚ ਉਹਨਾਂ ਨੇ ਫਿਰ ਦਾਖਲ ਕੀਤੀ ਹੈ, ਪਰ ਹਾਈ ਕੋਰਟ ਨੂੰ ਹੁਕਮ ਹੈ, ਹਾਈ ਕੋਰਟ ਵੱਲੋਂ ਜਾਂ ਸਰਕਾਰ ਨੂੰ, ਕਿ ਤੁਸੀਂ 30 ਮਈ ਤੱਕ ਇਸ ਕੇਸ ਦੀ ਸਟੇਟਸ ਰਿਪੋਰਟ ਜਿਹੜੀ ਆ ਦਾਖਲ ਕਰਨੀ ਆ। ਹੁਣ ਤਕਨੀਕੀ ਕਾਰਨ ਨੇ ਉਹ ਸਾਰੇ। ਮੈਨੂੰ ਲੱਗਦਾ ਨਹੀਂ ਕਿ ਜਿਸ ਤਰ੍ਹਾਂ ਦੇ ਹਾਲਾਤ ਰਹੇ ਨੇ ਤੇ ਬਿਕਰਮ ਸਿੰਘ ਮਜੀਠੀਆ ਓਪੋਜੀਸ਼ਨ ਦੇ ਜਿਹੜੇ ਨੇ ਉਹ ਪਾਰਟੀਆਂ ਦੇ ਨੇ ਨਾਲ ਸੰਬੰਧਿਤ ਨੇ, ਸਰਕਾਰ 30 ਮਈ ਤੋਂ ਕੋਈ ਬਹੁਤਾ ਪਹਿਲਾਂ ਜਿਹੜਾ ਹੈ ਉਹ ਸਟੇਟਸ ਰਿਪੋਰਟ ਦਾਖਲ ਕਰੇਗੀ। ਤਰਲੋ ਮੱਛੀ ਹੋ ਰਹੇ ਨੇ ਬਿਕਰਮ ਸਿੰਘ ਮਜੀਠੀਆ ਕਿ ਕਿਸੇ ਨਾ ਕਿਸੇ ਤਰੀਕੇ ਅੰਦਰੋਂ ਜਾਨ ਛੁੱਟ ਜਾਵੇ। ਪਹਿਲਾਂ ਉਹਨਾਂ ਨੇ ਆਪਣੀ ਸੁਰੱਖਿਆ ਦਾ ਵੀ ਹਵਾਲਾ ਦਿੱਤਾ ਸੀ ਤੇ ਇੱਕ ਜਾਣਕਾਰ ਸੂਤਰ ਦੇ ਦੱਸਣ ਮੁਤਾਬਕ ਉਹਨਾਂ ਨੂੰ ਜੇਲ੍ਹ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਖਾਸ ਫੈਸਿਲਿਟੀ ਰਿਆਇਤ ਨਹੀਂ ਦਿੱਤੀ ਜਾ ਰਹੀ, ਜਿਹੜੀ ਕਿ ਆਮ ਤੌਰ ਤੇ ਰਾਜਨੀਤਿਕ ਆਗੂਆਂ ਨੂੰ ਜੋ ਇਸ ਤਰ੍ਹਾਂ ਬੰਦ ਹੋਣ ਉਹਨਾਂ ਨੂੰ ਦੇ ਦਿੱਤੀ ਜਾਂਦੀ ਹੈ। ਉਸ ਦੇ ਕਈ ਕਾਰਨ ਹੋ ਸਕਦੇ ਨੇ, ਪਰ ਹੁਣ ਇਸ ਵੇਲੇ ਜੋ ਇੱਥੇ ਹਾਈ ਕੋਰਟ ਦੇ ਵਿੱਚ ਅਰਜ਼ੀ ਲਾਈ ਹੋਈ ਸੀ ਉਸ ਨੂੰ ਫਿਰ ਅਦਾਲਤ ਨੇ ਕਹਿ ਦਿੱਤਾ ਕਿ ਤੁਸੀਂ 30 ਮਈ ਤੱਕ ਇੰਤਜ਼ਾਰ ਕਰੋ। 30 ਮਈ ਤੋਂ ਬਾਅਦ ਗੱਲ ਕਰਾਂਗੇ ਇਸ ਮੁੱਦੇ ਤੇ। ਜ਼ਮਾਨਤ ਦੀ ਅਜੇ ਕੋਈ ਗਰੰਟੀ ਨਹੀਂ ਹੈ। ਠੰਡੇ ਬਸਤੇ ਦੇ ਵਿੱਚ ਕੇਸ ਪਿਆ ਹੋਇਆ ਤੇ ਨਵਜੋਤ ਸਿੰਘ ਸਿੱਧੂ ਦੇ ਲਾਗੇ ਉਹਨਾਂ ਨੂੰ ਅਜੇ ਰਹਿਣਾ ਪਵੇਗਾ। ਮੁਲਾਕਾਤ ਦੋਨਾਂ ਦੀ ਹੋਈ ਕਿ ਨਹੀਂ ਹੋਈ ਇਸ ਗੱਲ ਦਾ ਨਹੀਂ ਪਤਾ ਜੀ। ਅਕਾਲੀਆਂ ਦੇ ਨਾਲ ਜੋੜ ਕੇ ਰੌਲਾ ਜਿਹੜਾ ਹੈ ਉਹ ਪਲਸ ਗਰੁੱਪ ਦਾ ਵੀ ਪੈ ਰਿਹਾ ਆ, ਤੇ ਇਹ ਗਰੁੱਪ ਫਿਰ ਦੁਬਾਰਾ ਇੰਨੀ ਚਰਚਾ 'ਚ ਕਿਤੋਂ ਆ ਗਿਆ? ਪਲਸ ਗਰੁੱਪ ਦਾ ਜਦੋਂ ਨਾਮ ਆਉਂਦਾ ਨਾ ਤਾਂ ਫਿਰ ਕਬੱਡੀ ਹੋ ਜਾਂਦੀ ਹੈ। 3-4 ਵਿਸ਼ਵ ਕੱਪ ਇਹਨਾਂ ਨੇ ਕਰਾਏ ਤੇ ਸਰਕਾਰ ਨੂੰ ਦੱਸਿਆ ਜਾਂਦਾ ਹੈ ਕਿ 14 ਕਰੋੜ ਤੋਂ ਉੱਪਰ ਦੀ ਰਾਸ਼ੀ ਦਿੱਤੀ। ਹੁਣ ਸਰਕਾਰ ਨੇ ਇਸ ਕਬੱਡੀ ਦੇ ਕੱਪ ਨੂੰ ਇੰਜ ਕਰਵਾਇਆ। ਪਹਿਲੀ ਤਾਂ ਗੱਲ ਹੈ ਕਿ ਹਰ ਸਾਲ ਵਰਲਡ ਕੱਪ ਕਿਸੇ ਚੀਜ਼ ਦਾ ਹੁੰਦਾ, ਮੈਂ ਨਹੀਂ ਦੇਖਿਆ ਕਿਸੇ ਖੇਡ ਦਾ। 4 ਸਾਲ ਬਾਅਦ ਹੁੰਦੇ ਨੇ ਆਮ ਤੌਰ ਤੇ। ਚਲੋ ਹੋ ਗਏ, ਕਰਵਾਤੇ, ਬੱਲੇ ਬੱਲੇ ਖੂਬ ਹੋਈ। ਕੀ ਕਹਿੰਦੇ ਸੀ, ਕਬੱਡੀ ਨੂੰ ਕੱਖਾਂ ਤੋਂ ਲੱਖਾਂ ਦੀ ਤੇ ਕਰੋੜਾਂ ਦੀ ਕਰ ਦਿੱਤਾ ਬਾਦਲ ਸਰਕਾਰ ਨੇ, ਅਕਾਲੀਆਂ ਨੇ। ਤੇ ਕੀ ਸਹੀ ਮਾਇਨੇ ਦੇ ਵਿੱਚ ਅਜਿਹਾ ਹੋਇਆ? ਉਸ ਤੋਂ ਬਾਅਦ ਕੀ ਬਣਿਆ? ਜੇ ਇੱਕ ਮੇਲੇ ਵਰਗਾ ਟੂਰਨਾਮੈਂਟ ਕਰਵਾਉਣ ਦੀ ਥਾਂ ਤੇ ਕਿਸੇ ਤੌਰ ਤਰੀਕੇ ਦੇ ਨਾਲ ਪ੍ਰੋਪਰ ਉਸ ਦਾ ਸਿਸਟਮ ਖੜਾ ਕਰਕੇ ਉਸ ਕਬੱਡੀ ਟੂਰਨਾਮੈਂਟ ਨੂੰ ਕਰਵਾਇਆ ਜਾਂਦਾ ਤੇ ਫਿਰ ਉਹ ਅੱਜ ਵੀ ਚੱਲਦਾ ਹੁੰਦਾ। ਉਹ ਕਿਸੇ ਇੱਕ ਸਰਕਾਰ ਜਾਂ ਇੱਕ ਕਿਸੇ ਕੰਪਨੀ ਦੀ ਮਲਕੀਅਤ ਨਾ ਹੁੰਦਾ। ਹੁਣ ਪਰਲਸ ਗਰੁੱਪ ਦਾ ਨਾਮ ਸਾਹਮਣੇ ਆਉਂਦਾ ਰਿਹਾ, ਇੰਨੀ ਵੱਡੀ ਐਡਵਰਟਾਈਜ਼ਿੰਗ, ਸਾਰੀ ਸਪੋਰਟ, ਸਭ ਕੁਝ ਦਿੱਤਾ ਗਿਆ, ਪਰ ਪਰਲਸ ਗਰੁੱਪ ਨੂੰ ਇਹ ਦੇ ਵਿੱਚ ਕੀ ਮਿਲਿਆ? ਇੱਕ ਤਾਂ ਇਹ ਹੈ ਕਿ 48,000 ਕਰੋੜ ਦੀ ਪੌਂਜੀ ਸਕੀਮ ਹੈ, ਜਿਸ ਦਾ ਫਰਾਡ ਦਾ ਦੋਸ਼ ਜਿਹੜਾ ਹੈ ਉਹ ਇਹਨਾਂ ਦੇ ਪਰਲਸ ਗਰੁੱਪ ਦੇ CEO ਐਗਜ਼ੈਕਟਿਵਸ ਤੇ ਲੱਗਦਾ ਹੈ। 55 ਕੁ ਵਿਅਕਤੀ ਹੋਰ ਨੇ ਜਿਹੜੇ ਇਸ ਵੇਲੇ CBI ਦੀ ਜਾਂਚ ਦੇ ਘੇਰੇ ਵਿੱਚ ਨੇ ਪਰਲਸ ਦੇ। ਉਹਨਾਂ ਤੇ ਇਹ ਵੀ ਦੋਸ਼ ਹੈ ਕਿ ਜਦੋਂ CBI ਤੇ ਹੋਰ ਜਾਂਚ ਏਜੰਸੀਆਂ ਪਰਲਸ ਦੇ ਗਰੁੱਪ ਦੇ ਐਸੈਟਸ ਨੂੰ ਸੀਜ਼ ਕਰਕੇ ਉਹਦੀ ਜਾਂਚ ਕਰ ਰਹੀਆਂ ਸੀ, ਇਹਨਾਂ ਨੇ ਫਿਰ ਵੀ ਉਹ ਐਸੈਟਸ ਜਿਹੜੇ ਸੀ ਵੇਚ ਦਿੱਤੇ। ਦੱਸਿਆ ਜਾਂਦਾ ਹੈ ਕਿ ਇੱਕ ਸਕੂਲ ਵੀ 33 ਕਰੋੜ ਦਾ ਵੇਚਿਆ ਜੋ ਇਸੇ ਕੰਪਨੀ ਦੇ ਅਧੀਨ ਸੀ। ਸਰਕਾਰਾਂ ਦੇ ਨਾਲ ਸਾਂਝ ਕਿਹੋ ਜਿਹੀ ਰਹੀ ਹੈ? ਕੀ ਸਿਰਫ ਅਕਾਲੀਆਂ ਨਾਲ ਸਾਂਝ ਸੀ? ਅਕਾਲੀ ਸਰਕਾਰ ਨੇ ਜਿਹੜੇ ਕੰਮ ਕੀਤੇ ਵਿਅਕਤੀਗਤ ਤੌਰ ਤੇ, ਉਹਨਾਂ ਵਿੱਚੋਂ ਇੱਕ ਚੰਗਾ ਕੰਮ ਜਿਹੜਾ ਮੈਂ ਆਪਣੇ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਜੇ ਕੋਈ ਹੋਇਆ ਮੰਨ ਸਕਦਾ, ਉਹ ਸੀ ਪਿੰਡਾਂ ਦੇ ਵਿੱਚ ਥਾਂ ਤੇ ਸੁਵਿਧਾ ਕੇਂਦਰ ਜਾਂ ਸੇਵਾ ਕੇਂਦਰ ਖੋਲ੍ਹਣੇ। ਉਹ ਸੁਵਿਧਾ ਤਾਂ ਨਾ ਰਹੀ, ਦੁਵਿਧਾ ਬਣ ਗਈ। ਉਹ ਸੇਵਾ ਕੇਂਦਰ ਜਿਹੜੇ ਖੋਲ੍ਹੇ, ਤਕਰੀਬਨ
2100 2150 ਦੇ ਕਰੀਬ ਪੂਰੇ ਪੰਜਾਬ ਵਿੱਚ ਖੋਲ੍ਹੇ ਗਏ, ਜੋ ਕਿ ਬਹੁਤ ਵੱਡੀ ਗਿਣਤੀ ਸੀ। ਇਸ ਬਾਰੇ ਇੱਕ ਕੰਪਨੀ ਦੇ ਨਾਲ ਜਿਹੜਾ ਸੀ ਉਹ ਸਮਝੌਤਾ ਕੀਤਾ ਗਿਆ BLS ਦੇ ਨਾਲ। ਉਹਨਾਂ ਨੇ EMPLOYEES ਰੱਖੇ ਤੇ ਹੌਲੀ ਹੌਲੀ ਰੌਲਾ ਪੈਣਾ ਸ਼ੁਰੂ ਹੋ ਗਿਆ। 2016 ਦੇ ਵਿੱਚ ਇਹ ਕੀਤੇ ਸੀ ਤੇ 17 ਦੇ ਵਿੱਚ ਜਿਹੜੀ ਸੀ ਉਹ ਸਰਕਾਰ ਬਦਲ ਗਈ, ਕਾਂਗਰਸ ਸਰਕਾਰ ਆ ਗਈ ਤੇ ਉਹਨਾਂ ਨੇ ਆਉਂਦਿਆਂ ਨੇ ਇਹਨਾਂ 2150 ਸੇਵਾ ਕੇਂਦਰਾਂ ਦੇ ਵਿੱਚੋਂ 500 ਰੱਖੇ ਤੇ ਬਾਕੀਆਂ ਤੇ ਘਟਾ ਫੇਰ ਦਿੱਤਾ। ਹੁਣ ਜਿਹੜੇ ਉਹ ਮੁਲਾਜ਼ਮ ਉਸ ਕੰਪਨੀ ਨੇ ਰੱਖੇ ਹੋਏ ਸੀ ਉਹਨਾਂ ਦਾ ਕੀ ਬਣਿਆ? ਉਹਨਾਂ ਦੀਆਂ ਸੰਸਥਾਵਾਂ ਬਣੀਆਂ ਹੋਈਆਂ ਨੇ, ਉਹ ਵਿਚਾਰੇ ਦਰ-ਦਰ ਦੇ ਧੱਕੇ ਖਾ ਰਹੇ ਨੇ। ਕੀ ਉਹ ਨੌਕਰੀ ਤੇ ਵੀ ਸਹੀ ਤਰੀਕੇ ਨਾਲ ਰੱਖੇ ਹੋਏ ਸੀ? ਇਹ ਵੀ ਦੋਸ਼ ਲੱਗਾ ਕਿ ਉਹ ਜਿਹੜੇ ਸੇਵਾ ਕੇਂਦਰਾਂ ਵਿੱਚ ਕੰਮ ਕਰਨ ਵਾਲੇ ਮੁਲਾਜ਼ਮ ਸਨ, ਉਹ ਅਸਲ ਵਿੱਚ ਜਿਹੜੀ ਕੰਪਨੀ ਨੂੰ ਠੇਕਾ ਦਿੱਤਾ ਗਿਆ ਸੀ ਉਸ ਦੀ ਅਕਾਲੀ ਸਰਕਾਰ ਨਾਲ 60-40 ਦੀ ਭਾਈਵਾਲੀ ਸੀ। ਭਾਵ 60% ਦੀ ਸਾਰੀ ਆਮਦਨ ਦਾ ਜੋ ਐਫੀਡੇਵਿਟ ਜਾਂ ਜੋ ਵੀ ਕਾਗਜ਼ ਪੱਤਰ ਬਣਨੇ ਹੁੰਦੇ ਨੇ ਉਹ ਸਰਕਾਰ ਨੂੰ ਜਾਣਾ ਤੇ 40% ਦੀ ਕੰਪਨੀ ਨੂੰ। ਦੇਖਭਾਲ ਸਾਰੀ ਉਹਨਾਂ ਨੇ ਕਰਨੀ ਹੈ ਤੇ ਸੇਵਾ ਕੇਂਦਰ ਬਣਾਉਣ ਲਈ ਜਿਹੜਾ ਸੀ ਉਹ 500 ਕਰੋੜ ਰੁਪਈਆ ਕੁੱਲ ਸਰਕਾਰ ਨੇ ਲਾਇਆ ਸੀ। ਹੁਣ ਗੱਲ ਇਹ ਹੈ ਕਿ ਸਰਕਾਰ ਦੂਸਰੀ ਨੇ ਆ ਕੇ ਬੰਦ ਤਾਂ ਕਰ ਦਿੱਤੇ, ਪਰ ਇਹਦੇ ਨਾਲ ਹੋਰ ਕੀ ਬਦਲਿਆ? 500 ਜਿਹੜੇ ਸੇਵਾ ਕੇਂਦਰ ਛੱਡੇ ਉਹਨਾਂ ਵਿੱਚੋਂ ਥੋੜਿਆਂ ਦਾ ਠੇਕਾ ਜਿਹੜਾ ਸੀ ਇੱਕ ਹੋਰ ਨਵੀਂ ਕੰਪਨੀ ਨੂੰ ਦੇ ਦਿੱਤਾ ਗਿਆ, ਡਿਜੀਟਲ ਸੋਲਿਊਸ਼ਨਸ। ਡਿਜੀਟਲ ਸੋਲਿਊਸ਼ਨ ਵਾਲਿਆਂ ਦੇ ਲਿੰਕ ਹੁਣ ਪਰਲਜ਼ ਗਰੁੱਪ ਨਾਲ ਨਿਕਲ ਆਏ ਨੇ, ਉਸੇ ਪਰਲਜ਼ ਗਰੁੱਪ ਨਾਲ ਜਿਨ੍ਹਾਂ ਤੇ 48,000 ਕਰੋੜ ਦੇ ਘਪਲੇ ਦਾ ਇਲਜ਼ਾਮ ਹੈ। ਇਸ ਤੋਂ ਵੀ ਵੱਧ ਹੋ ਸਕਦਾ ਹੈ ਤੇ ਉਸਦੇ ਕਈ CEO ਤੇ ਹੋਰ ਅਧਿਕਾਰੀ ਜਿਹੜੇ ਨੇ ਇਸ ਵੇਲੇ ਜੇਲ੍ਹਾਂ ਵਿੱਚ ਬੰਦ ਨੇ। ਹੁਣ ਉਹ ਲਿੰਕ ਕਿਵੇਂ ਨਿਕਲੇ ਨੇ, ਕਿਵੇਂ ਹੈ ਸਾਰੀ ਗੱਲ, ਇਸ ਗੱਲ ਦਾ ਜਵਾਬ ਪਿਛਲੀ ਸਰਕਾਰ ਤੋਂ ਲਿਆ ਜਾ ਸਕਦਾ ਹੈ ਕਿ ਤੁਸੀਂ ਅਗਰ ਠੇਕਾ ਕੀਤਾ ਸੀ ਉਸ ਵਿੱਚ ਆਮ ਤੌਰ ਤੇ ਜੋ ਲੋਕਾਂ ਨੂੰ ਫਰਕ ਦੱਸਿਆ ਗਿਆ ਉਹ ਇਹ ਸੀ ਕਿ ਅਕਾਲੀਆਂ ਨੇ 60% ਦੀ ਸਰਕਾਰੀ ਹਿੱਸਾ ਰੱਖਿਆ ਸੀ ਤੇ ਅਸੀਂ 81% ਦੀ ਰੱਖ ਲਿਆ ਤੇ 19% ਦੀ ਜਿਹੜਾ ਸੀ ਉਹ ਕੰਪਨੀ ਨੂੰ ਦੇਣਾ ਸੀ। ਕੰਪਨੀ ਤੇ ਇਹ ਦੋਸ਼ ਵੀ ਲੱਗੀ ਕਿ ਸਰਕਾਰ ਨੂੰ ਜਿਹੜੇ ਤਨਖਾਹਾਂ ਜਿਹੜੀਆਂ ਸੀ ਮੁਲਾਜ਼ਮਾਂ ਦੀਆਂ ਉਹ 15 ਤੋਂ 20 ਹਜ਼ਾਰ ਜਾਂ ਇਸ ਤੋਂ ਵੀ ਵੱਧ ਦੱਸਦੇ ਸੀ, ਜਦ ਕਿ ਸਾਈਨ ਵੀ ਉਹਨਾਂ ਤੋਂ ਇੰਨੀ ਪਰਚੀ ਤੇ ਕਰਵਾਉਂਦੇ ਸੀ ਜਦ ਕਿ ਉਹਨਾਂ ਨੂੰ 8 ਤੋਂ 9 ਹਜ਼ਾਰ ਰੁਪਇਆ ਪ੍ਰਤੀ ਮਹੀਨਾ ਹੀ ਦਿੱਤਾ ਜਾਂਦਾ ਸੀ ਮੁਲਾਜ਼ਮਾਂ ਨੂੰ। ਉਹਨਾਂ ਦਾ ਕੋਈ ਵੇਲੀ ਵਾਰਸ ਨਹੀਂ ਹੈ। ਸੇਵਾ ਕੇਂਦਰ ਜਿਹੜੇ ਬੰਦ ਪਏ ਨੇ ਉਹਨਾਂ ਵਿੱਚੋਂ ਕੁਝ ਇੱਕ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁਹੱਲਾ ਕਲੀਨਿਕ ਖੋਲ੍ਹਣ ਦਾ ਫੈਸਲਾ ਲੈ ਲਿਆ। ਸ਼ਲਾਘਾਯੋਗ ਕਦਮ ਹੈ, ਜੇ ਕਾਮਯਾਬ ਹੋਵੇ ਤਾਂ ਬਹੁਤ ਵਧੀਆ ਗੱਲ ਹੈ। ਕਿੰਨਿਆਂ ਦਾ ਲਿਆ ਜਾਵੇਗਾ? ਬਾਕੀਆਂ ਵਿੱਚ ਤੇ ਸਮਾਨ ਵੀ ਚੋਰੀ ਹੋ ਗਿਆ, ਪਾਥੀਆਂ ਪੱਥਣੀਆਂ ਸ਼ੁਰੂ ਕਰ ਦਿੱਤੀਆਂ ਨੇ ਲੋਕਾਂ ਨੇ ਤੇ ਸੇਵਾ ਕੇਂਦਰ ਉਜੜੇ ਪਏ ਨੇ, ਕੁਝ ਨਹੀਂ ਹੈ ਉੱਥੇ। ਇੱਕ ਹੋਰ ਗੱਲ ਇਸ ਨਾਲ ਜੁੜੀ, ਬਹੁਤ ਸਾਰੇ ਸੇਵਾ ਕੇਂਦਰਾਂ ਦੇ ਵਿੱਚ ਇੱਕ ਪ੍ਰਾਈਵੇਟ ਟੈਲੀਕਾਮ ਕੰਪਨੀ ਨੂੰ ਟਾਵਰ ਲਾਉਣ ਲਈ ਜਗ੍ਹਾ ਪੰਚਾਇਤਾਂ ਤੋਂ ਮਤੇ ਪਵਾ ਕੇ ਮੁਫਤ ਦੇ ਵਿੱਚ ਦਿੱਤੀ ਗਈ ਅਕਾਲੀ ਸਰਕਾਰ ਵੇਲੇ। ਪੰਚਾਇਤਾਂ ਦੇ ਮੋਹਰੇ ਕਾਗਜ਼ ਰੱਖ ਦਿੱਤੇ ਗਏ, ਉਹਨਾਂ ਵੱਲੋਂ ਪੰਚਾਂ ਸਰਪੰਚਾਂ ਨੇ ਸਾਈਨ ਕਰ ਦਿੱਤੇ, ਮਤੇ ਪੈ ਗਏ, ਸਭ ਕੁਝ ਵੀਡੀਓ ਦੇ ਜ਼ਰੀਏ ਹੋ ਗਿਆ। ਪਰ ਜੋ ਆਮਦਨ ਉਹਨਾਂ ਮੋਬਾਈਲ ਟਾਵਰਾਂ ਤੋਂ ਪਿੰਡਾਂ ਨੂੰ ਆਉਣੀ ਚਾਹੀਦੀ ਸੀ ਉਹ ਕਿਸੇ ਨੂੰ ਮਿਲਦੀ ਹੈ ਤੇ ਕਿਸੇ ਨੂੰ ਨਹੀਂ ਮਿਲਦੀ। ਉਹ ਜਗ੍ਹਾ ਪਿੰਡਾਂ ਦੀ ਪੰਚਾਇਤਾਂ ਦੀ ਯੂਜ਼ ਕਰਕੇ ਪ੍ਰਾਈਵੇਟ ਕੰਪਨੀ ਨੂੰ ਦੇ ਦਿੱਤੀ ਗਈ ਮੋਬਾਈਲ ਟਾਵਰ ਲਾਉਣ ਲਈ। ਅੱਜ ਵੀ ਚੱਲ ਰਹੇ ਨੇ, ਸੇਵਾ ਕੇਂਦਰ ਬੰਦ ਹੋ ਗਏ ਨੇ ਬਹੁਤ ਪਿੰਡਾਂ ਵਿੱਚ। ਇਹੋ ਜਿਹਾ ਮੈਂ ਦਿਖਾ ਸਕਦਾ। ਇਹ ਸਰਕਾਰ ਨੇ ਨਾਕਾਮੀ ਜਿਹੜੀ ਸੀ, ਸਰਕਾਰ ਦੀ ਨਾਕਾਮੀ ਇਹ ਸਾਹਮਣੇ ਆ ਰਹੀ ਹੈ। ਅਕਾਲੀ ਭਾਜਪਾ ਸਰਕਾਰ ਦੀ ਵੀ, ਕਾਂਗਰਸ ਸਰਕਾਰ ਦੀ ਨਾਅਹਿਲੀ ਵੀ ਸਾਹਮਣੇ ਆ ਰਹੀ ਹੈ। ਇਸ ਲਾਪਰਵਾਹੀ ਦੇ ਚਲਦਿਆਂ ਕਿੰਨੇ ਕਰੋੜਾਂ ਦਾ, ਹਜ਼ਾਰਾਂ ਦਾ ਪੰਜਾਬ ਦਾ ਨੁਕਸਾਨ ਹੋਇਆ ਤੇ ਇਸ ਤਰ੍ਹਾਂ ਇਹ ਜਿਹੜੀ ਕੰਪਨੀ ਦੇ ਨਾਲ ਹੁਣ ਲਿੰਕ ਦੁਬਾਰਾ ਬਣ ਰਹੇ ਨੇ, ਉਹ ਕਿਉਂ ਬਣ ਰਹੇ ਨੇ? ਔਰ ਦੱਸਿਆ ਜਾਂਦਾ ਹੈ ਕਿ ਪਰਲਜ਼ ਗਰੁੱਪ ਕੰਪਨੀ ਦੀ ਇੰਨੀ ਜ਼ਿਆਦਾ ਤੂਤੀ ਕਿਸੇ ਵੇਲੇ ਬੋਲਦੀ ਸੀ ਕਿ ਉਹਨਾਂ ਦੇ ਜਿਹੜੇ ਸੀ ਉਹਨਾਂ ਦੁਆਰਾ ਦਿੱਤੀਆਂ ਹੋਈਆਂ ਜਗ੍ਹਾ ਤੇ ਅਕਾਲੀ ਭਾਜਪਾ ਵੀ ਤੇ ਕਾਂਗਰਸ ਵਾਲੇ ਵੀ ਰੈਲੀਆਂ ਕਰਦੇ ਰਹੇ ਨੇ। ਰੈਲੀਆਂ ਦਾ ਪ੍ਰਬੰਧ ਆਮ ਤੌਰ ਤੇ ਪਰਲਜ਼ ਗਰੁੱਪ ਵੱਲੋਂ ਕੀਤਾ ਜਾਂਦਾ ਸੀ, ਚੋਣ ਰੈਲੀਆਂ ਦਾ। ਇਹ ਵੀ ਦੱਸਿਆ ਜਾਂਦਾ ਹੈ ਕਿ ਇੱਕ ਜਗ੍ਹਾ ਤੇ ਪਰਲਜ਼ ਗਰੁੱਪ ਦੀ ਮਲਕੀਅਤ ਵਾਲੀ ਜਗ੍ਹਾ ਤੇ ਵੱਡੀ ਰੈਲੀ ਦੇ ਦੌਰਾਨ ਜਿੱਥੇ ਗੁਟਕਾ ਸਾਹਿਬ ਦੀ ਸਹੁੰ ਖਾਧੀ ਗਈ ਉਹ ਵੀ ਪਰਲਜ਼ ਗਰੁੱਪ ਕੰਪਨੀ ਦੀ ਜਗ੍ਹਾ ਸੀ। ਹੋਰ ਬਹੁਤ ਸਾਰੇ ਇਸ ਤਰ੍ਹਾਂ ਦੇ ਕਿੱਸੇ ਨਿਕਲ ਕੇ ਸਾਹਮਣੇ ਆਉਣਗੇ ਜੇ ਪ੍ਰੋਪਰ ਤੌਰ ਤੇ ਜਾਂਚ ਹੋਵੇ। ਪਰ ਇਹ ਜਿਹੜਾ ਨਵਾਂ ਐਂਗਲ ਨਿਕਲ ਕੇ ਪਰਲਜ਼ ਗਰੁੱਪ ਵਾਲਾ ਸਾਹਮਣੇ ਆ ਰਿਹਾ ਹੈ, ਇਹ ਪਿਛਲੀ ਸਰਕਾਰ ਵਾਸਤੇ ਵੀ ਨਮੋਸ਼ੀ ਦਾ ਕਾਰਨ ਬਣ ਸਕਦਾ ਹੈ ਤੇ ਹੁਣ ਵਾਲੀ ਸਰਕਾਰ ਨੂੰ ਚਾਹੀਦੀ ਆ ਕਿ ਤਕੜੇ ਹੋ ਕੇ ਇਸ ਨੂੰ ਹੱਥ ਪਾਵੇ ਤੇ ਇਸ ਪੰਜਾਬ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਜਿਹੜਾ ਹੈ ਉਹ ਲਿਆ ਜਾਵੇ। ਜਾਂਦੇ ਜਾਂਦੇ ਗੱਲ ਕਰਦੇ ਹਾਂ ਹੁਣ ਵਾਲੀ ਸਰਕਾਰ ਦੀ। ਅੱਜ ਸ਼ਹਿਰੀ ਹਵਾਬਾਜ਼ੀ ਵਿਭਾਗ ਦੇ ਜਿਹੜੇ ਅਧਿਕਾਰੀ ਸੀ ਉਹਨਾਂ ਨਾਲ CM ਨੇ ਸਿਰ ਜੋੜੇ ਸੀ। ਕੀ ਕਰਨਾ ਚਾਹੁੰਦੀ ਹੈ ਨਵੀਂ ਸਰਕਾਰ ਹੁਣ? ਉਹ ਇਸ ਕਰਕੇ ਕਿ ਪੰਜਾਬ ਤੋਂ, ਪੰਜਾਬ ਦੇ ਹਵਾਈ ਅੱਡਿਆਂ ਤੋਂ ਜਿਹੜੇ ਦੇਸ਼ਾਂ ਨੂੰ ਪੰਜਾਬੀ ਬਹੁਤੇ ਜਾਂਦੇ ਨੇ, ਅੰਤਰਰਾਸ਼ਟਰੀ ਉਡਾਨਾਂ ਸ਼ੁਰੂ ਕੀਤੀਆਂ ਜਾਣ। ਇਹ ਤੇ ਮੈਨੂੰ ਲੱਗਦਾ ਹੈ ਕਿ ਇਹ ਮੰਗ ਇੰਨੀ ਕੁ ਪੁਰਾਣੀ ਹੈ
ਕਿ ਹੁਣ ਤੇ ਜਿਨ੍ਹਾਂ ਨੇ ਪਹਿਲੀ ਮੰਗ ਰੱਖੀ ਹੋਵੇਗੀ ਉਹਨਾਂ ਨੂੰ ਵੀ ਚੇਤਾ ਭੁੱਲ ਗਿਆ ਹੋਣਾ ਕਿ ਅਸੀਂ ਕਦੋਂ ਇਹ ਮੰਗ ਰੱਖੀ ਹੋਵੇਗੀ। ਸਰਕਾਰਾਂ ਨੇ ਕਦੇ ਇਸ ਮਾਮਲੇ ਤੇ ਕੰਮ ਕੀਤਾ ਹੀ ਨਹੀਂ। ਕਦੀ ਕਹਿ ਦਿੱਤਾ ਜਾਂਦਾ ਸੀ ਕਿ ਅੰਮ੍ਰਿਤਸਰ ਹਵਾਈ ਅੱਡਾ, ਇੱਥੇ ਪੂਰੀ ਟ੍ਰੈਫਿਕ ਨਹੀਂ ਹੈ, ਚੰਡੀਗੜ੍ਹ ਬਣਾ ਦਿਓ, ਚੰਡੀਗੜ੍ਹ ਵੀ ਬਣ ਗਿਆ, ਉੱਥੇ ਵੀ ਕੋਈ ਉਡਾਨ ਨਹੀਂ। ਤੇ ਹਾਸੋਹੀਣੀ ਗੱਲ ਉਦੋਂ ਹੋਈ ਜਦੋਂ 2 ਸਾਲ ਪਹਿਲਾਂ ਜਦੋਂ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਕਿ ਹਵਾਈ ਅੱਡਿਆਂ 'ਤੇ ਇੰਨੇ ਜ਼ਿਆਦਾ ਪੈਸੇ ਖਰਚੇ ਗਏ ਤੇ ਅੰਤਰਰਾਸ਼ਟਰੀ ਉਡਾਨ ਕਿਉਂ ਨਹੀਂ ਹੈ। ਇਸ ਦਾ ਨਾਮ ਵੀ ਅੰਤਰਰਾਸ਼ਟਰੀ ਹਵਾਈ ਅੱਡਾ ਹੈ ਤੇ ਫਿਰ ਉਡਾਨਾਂ ਕਿਉਂ ਨਹੀਂ ਹੈ ਪ੍ਰੋਪਰ। ਤੇ ਅਧਿਕਾਰੀਆਂ ਨੇ ਜਵਾਬ ਦਿੱਤਾ ਕੋਰਟ ਦੇ ਵਿੱਚ ਕਿ ਅਸੀਂ ਕੁਝ ਦੇਸ਼ਾਂ ਨੂੰ ਬੇਨਤੀ ਕੀਤੀ ਹੋਈ ਹੈ ਕਿ ਤੁਸੀਂ ਇੱਥੋਂ ਅੰਤਰਰਾਸ਼ਟਰੀ ਉਡਾਨਾਂ ਸ਼ੁਰੂ ਕਰਵਾਓ। ਤੇ ਕਿਹੜੇ ਦੇਸ਼ ਸਨ? ਪੁਰਤਗਾਲ, ਹੋਰ ਇਹੋ ਜਿਹੇ ਉਹ ਦੇਸ਼ ਜਿੱਥੇ ਕੋਰਟ ਦੇ ਜੱਜ ਨੇ ਵੀ ਗੱਲ ਕਹਿ ਦਿੱਤੀ ਜਿਹੜੇ ਦੇਸ਼ਾਂ ਨੂੰ ਤੁਸੀਂ ਬੇਨਤੀਆਂ ਕੀਤੀਆਂ ਉੱਥੇ ਨੂੰ ਜਾਂਦਾ ਕੌਣ ਹੈ? ਉਹ ਭਾਈ ਕੈਨੇਡਾ, ਅਮਰੀਕਾ, ਇੰਗਲੈਂਡ, ਇਹ ਸਾਰੇ ਜਿਹੜੇ ਨੇ, ਆਸਟ੍ਰੇਲੀਆ ਵਗੈਰਾ, ਨਿਊਜ਼ੀਲੈਂਡ ਵਗੈਰਾ, ਇਹ ਪੰਜਾਬੀਆਂ ਦੀ ਬਹੁਤਾਤ ਵਾਲੇ ਮੁਲਕ ਨੇ। ਇੱਥੇ ਨੂੰ ਸ਼ੁਰੂ ਕਰੋ, ਦੁਬਈ ਨੂੰ ਸ਼ੁਰੂ ਕਰੋ, ਪਰ ਕਿਸੇ ਦਾ ਧਿਆਨ ਨਹੀਂ ਹੈ। ਇਹ ਇੱਕ ਵੱਡਾ ਨੈਕਸਸ ਹੈ ਜਿਸ ਦਾ ਖਾਮਿਆਜ਼ਾ ਭਾਰਤ ਦੀ ਇਸ ਇੰਡਸਟਰੀ ਨੂੰ ਭੁਗਤਣਾ ਪਏਗਾ। ਪੰਜਾਬੀ ਵੱਡੇ ਪੱਧਰ ਤੇ ਭੁਗਤ ਰਹੇ ਨੇ। ਹੁਣ ਫਿਰ ਗੱਲਾਂ ਨਿਕਲ ਕੇ ਹੋਰ ਬਹੁਤ ਜ਼ਿਆਦਾ ਸਾਹਮਣੇ ਆ ਜਾਂਦੇ ਨੇ, ਅਸੀਂ ਉੱਧਰ ਨੂੰ ਨਾ ਜਾਈਏ। ਪਰ ਇਨ ਸ਼ਾਰਟ ਭਗਵੰਤ ਮਾਨ ਸਰਕਾਰ ਨੇ ਅਜੇ ਆਪਣੇ ਸਿਰ ਤੋਂ ਭਾਰ ਲਾਇਆ। ਉਹਨਾਂ ਨਾਲ ਮੀਟਿੰਗ ਕਰਕੇ ਭਗਵੰਤ ਮਾਨ ਸਰਕਾਰ ਦੇ ਹੱਥ ਵੱਸ ਬਹੁਤਾ ਕੁਝ ਇਸ ਮਾਮਲੇ 'ਚ ਨਹੀਂ ਹੈ। ਇਸ ਫੈਸਲੇ ਬਹੁਤੇ ਕੇਂਦਰ ਸਰਕਾਰ ਨੇ ਕਰਨੇ ਨੇ। ਮੇਰਾ ਸਵਾਲ ਇਹ ਹੈ ਕਿ ਤੁਸੀਂ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਜੋ ਬੇਨਤੀ ਕਰਦੇ ਹੋ ਕਿ ਇੱਥੋਂ ਫਲਾਈਟਾਂ ਚਲਾਓ, ਤੇ ਆਪਣੇ ਦੇਸ਼ ਦੀ ਸਰਕਾਰ ਨੂੰ ਬੇਨਤੀ ਕਰੋ ਕਿ ਜਿਨ੍ਹਾਂ ਕੋਲ ਸਾਰੇ ਰੂਟ ਨੇ, ਕਿ ਏਅਰ ਇੰਡੀਆ ਜਾਂ ਹੋਰ ਇੰਨੀਆਂ ਪ੍ਰਾਈਵੇਟ ਏਅਰਲਾਈਨ ਨੇ, ਉਹ ਕਿਉਂ ਨਹੀਂ ਚਲਾਉਂਦੇ? ਏਅਰ ਇੰਡੀਆ ਪਹਿਲਾਂ ਸਰਕਾਰੀ ਸੀ, ਹੁਣ ਟਾਟਾ ਦੇ ਕੋਲ ਪਹੁੰਚ ਗਈ ਹੈ। ਤੇ ਪਿਛਲੇ ਦਿਨ ਇੱਕ ਖਬਰ ਆਈ ਸੀ ਕਿ ਏਵੀਏਸ਼ਨ ਸੈਕਟਰੀ ਜੋ ਕੇਂਦਰ ਸਰਕਾਰ ਦੇ ਨੇ, ਉਹਨਾਂ ਨੂੰ ਤੇ ਉਹਨਾਂ ਦੀ ਪਤਨੀ ਨੂੰ ਫੈਸਿਲਿਟੇਟ ਕਰਨ ਵਾਸਤੇ ਇੱਕ ਵੱਡੀ ਟਿਕਟ ਜਿਹੜੀ ਸੀ ਛੋਟੀ ਤੋਂ ਅਪਗ੍ਰੇਡ ਕਰਕੇ ਮੁਫਤ ਦੇ ਵਿੱਚ ਏਅਰ ਇੰਡੀਆ ਨੇ ਦਿੱਤੀ ਹੈ ਤਾਂ ਕਿ ਵੱਡੇ ਫਾਇਦੇ ਆਉਣ ਵਾਲੇ ਸਮੇਂ 'ਚ ਹਾਸਲ ਕੀਤੇ ਜਾ ਸਕਣ। ਇਸ ਤਰ੍ਹਾਂ ਤੇ ਆਪਸ ਵਿੱਚ ਮਿਲ ਜੁਲ ਕੇ ਕੰਮ ਚਲਾਇਆ ਜਾ ਰਿਹਾ। ਅਜੇ ਇਸ ਗੱਲ ਦੀ ਉਮੀਦ ਕੋਈ ਨਾ ਰੱਖਣ ਕਿ ਇੱਥੋਂ ਕੋਈ ਜਲਦੀ ਕੋਈ ਅੰਤਰਰਾਸ਼ਟਰੀ ਉਡਾਨ ਜਿਹੜੀ ਸ਼ੁਰੂ ਹੋ ਜਾਵੇ। ਕੋਈ ਇੱਕ ਅੱਧੀ ਹੋ ਜਾਵੇ ਤਾਂ ਮੈਂ ਕਹਿ ਨਹੀਂ ਸਕਦਾ, ਪਰ ਅਜੇ ਬੂਹੇ ਬੰਦ ਰਹਿਣਗੇ। ਕੁਝ ਖਾਸ ਨਹੀਂ ਹੋਣ ਵਾਲਾ। ਕਰੋਨਾ ਕਾਲ ਨੇ ਵੀ ਮਾਰ ਮਾਰੀ ਹੈ। ਹਾਂ, ਕੇਂਦਰ ਸਰਕਾਰ ਕੁਝ ਕਰੇ, ਕੋਈ ਆਰਡਰ ਦੇਵੇ ਤੇ ਫਿਰ ਹੀ ਕੁਝ ਹੋ ਸਕਦਾ ਹੈ। ਦੂਸਰੇ ਦੇਸ਼ਾਂ ਤੋਂ ਉਮੀਦ ਰੱਖਣ ਦੀ ਲੋੜ ਨਹੀਂ। ਬਿਲਕੁਲ, ਅੱਜ ਦੇ ਪ੍ਰੋਗਰਾਮ 'ਚ ਬਸ ਇੰਨਾ ਹੀ। ਕੁਲਦੀਪ ਜੀ, ਤੁਸੀਂ ਸਟੂਡੀਓ 'ਚ ਆਏ ਤੇ ਖਬਰਾਂ ਦੇ ਅੰਦਰਲਾ ਸੱਚ ਦਰਸ਼ਕਾਂ ਨੂੰ ਦੱਸਿਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਕੱਲ੍ਹ ਨੂੰ ਫਿਰ ਨਵੇਂ ਮੁੱਦਿਆਂ ਦੇ ਨਾਲ ਹਾਜ਼ਰੀ ਭਰਾਂਗੇ ਤੇ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ ਹੈ ਜੀ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।